ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਵੇਖ ਰਹੇ ਸਮੂਹ ਦਰਸ਼ਕੋ, ਸਭ ਤੋਂ ਪਹਿਲੇ ਤੇ ਤੁਹਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ। ਕਿਉਂਕਿ ਅਸੀਂ ਪਿਛਲੇ ਕੁਝ ਕੁ ਹਫ਼ਤੇ ਤੋਂ ਪੰਜਾਬ ਦੀ ਧਰਤੀ ਤੇ ਗੁਰਪੁਰਬ ਦੇ ਸੰਬੰਧ ਵਿੱਚ ਹੀ ਗਏ ਹੋਏ ਸਾਂ, ਲੇਕਿਨ ਹੁਣ ਵਾਪਸ ਆਏ ਹਾਂ। ਗੱਲ ਕਰਾਂਗੇ ਤੁਹਾਡੇ ਨਾਲ ਅੱਜ ਗੁਰਪੁਰਬ ਦੇ ਸੰਬੰਧ ਵਿੱਚ ਨਹੀਂ, ਕਿਉਂਕਿ ਜਦੋਂ ਸਾਡੀ ਪੂਰੀ ਟੀਮ ਜੋ ਪੰਜਾਬ ਦੀ ਧਰਤੀ 'ਤੇ ਗਈ ਸੀ ਉਹ ਆਵੇਗੀ ਉਦੋਂ ਕਰਾਂਗੇ। ਲੇਕਿਨ ਅੱਜ ਦਾ ਜੋ ਗੱਲ ਕਰਨ ਦਾ ਸਾਡਾ ਮੇਨ ਮਕਸਦ ਹੈ ਉਹ ਹੈ ਇੰਗਲੈਂਡ ਦੀ ਇਲੈਕਸ਼ਨ, ਜੋ ਇੱਕਦਮ ਚਾਣਚੱਕੀ ਅਨਾਉਂਸ ਹੋ ਗਈ ਅਤੇ ਜੋ 12 ਤਰੀਕ ਨੂੰ ਇਲੈਕਸ਼ਨ ਹੋਣੀ ਹੈ। ਹਰ ਇੱਕ ਮੁਲਕ ਦਾ ਆਪੋ ਆਪਣਾ ਅੰਦਾਜ਼ ਹੁੰਦਾ, ਆਪੋ ਆਪਣਾ ਤਰੀਕਾ ਹੁੰਦਾ, ਕਿਸ ਤਰ੍ਹਾਂ ਵੋਟਾਂ ਮੰਗੀਆਂ ਜਾਣੀਆਂ, ਕਿਸ ਤਰ੍ਹਾਂ ਵੋਟਾਂ ਪਾਈਆਂ ਜਾਣੀਆਂ, ਕਿਸ ਤਰ੍ਹਾਂ ਵੋਟਾਂ ਨੂੰ ਲਿਆ ਜਾਣਾ। ਲੇਕਿਨ ਕੁਛ ਕੁ ਦੇਸ਼ ਇਹੋ ਜਿਹੇ ਨੇ, ਜਿਸ ਤਰ੍ਹਾਂ ਇੰਗਲੈਂਡ ਜਾਂ ਹੋਰ ਅਨੇਕਾਂ ਦੇਸ਼ ਨੇ, ਜਿਨ੍ਹਾਂ ਵਿੱਚ ਵੋਟਾਂ ਪੰਜਾਬ ਦੀ ਧਰਤੀ ਵਾਂਗੂ ਮੰਗੀਆਂ ਨਹੀਂ ਜਾਂਦੀਆਂ, ਖਰੀਦੀਆਂ ਨਹੀਂ ਜਾਂਦੀਆਂ, ਵੇਚੀਆਂ ਨਹੀਂ ਜਾਂਦੀਆਂ, ਧੱਕੇ ਨਾਲ ਪਵਾਈਆਂ ਨਹੀਂ ਜਾਂਦੀਆਂ, ਜਾਂ ਗੈਰ ਕਾਨੂੰਨੀ ਤੌਰ 'ਤੇ ਬੌਕਸਿਆਂ ਵਿੱਚ ਨਹੀਂ ਪਾਈਆਂ ਜਾਂਦੀਆਂ, ਜਾਂ ਬੌਕਸੇ ਨਹੀਂ ਬਦਲੇ ਜਾਂਦੇ। ਇਹਨਾਂ ਦੇਸ਼ਾਂ ਵਿੱਚ ਜਿਸ ਤਰ੍ਹਾਂ ਵੋਟਾਂ ਦੀ ਪ੍ਰਤੀਕਿਰਿਆ ਹੁੰਦੀ ਉਹ ਤੁਸੀਂ ਭਲੀ ਭਾਂਤ ਜਾਣਦੇ ਹੋ। ਅੱਜ ਗੱਲ ਕਰਾਂਗੇ ਪੂਰੇ ਇੰਗਲੈਂਡ ਵਿੱਚ ਜਿੱਥੇ ਕਿਤੇ ਵੀ ਆਪਣੇ ਬੱਚੇ ਬੱਚੀਆਂ ਖੜ੍ਹੇ ਨੇ, ਉਹਨਾਂ ਨੂੰ ਕਿਉਂ ਆਪਾਂ ਨੂੰ ਪਹਿਲ ਦੇਣੀ ਚਾਹੀਦੀ, ਕਿਉਂ ਆਪਾਂ ਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ, ਕਿਉਂ ਆਪਾਂ ਨੂੰ ਤਰਜੀਹ ਦੇਣੀ ਚਾਹੀਦੀ ਕਿ ਉਹ ਇੰਗਲੈਂਡ ਦੀ ਸਿਆਸਤ ਵਿੱਚ ਅੱਗੇ ਆਉਣ। ਅਤੇ ਅੱਜ ਖਾਸ ਤੌਰ 'ਤੇ ਹਲਕਾ ਵਾਲਸਲ ਸਾਊਥ ਤੋਂ ਜੋ ਟੋਰੀ ਪਾਰਟੀ ਵੱਲੋਂ, ਕੰਜ਼ਰਵੇਟਿਵ ਪਾਰਟੀ ਵੱਲੋਂ ਇਲੈਕਸ਼ਨ ਲੜ ਰਹੀ ਸਾਡੀ ਬੱਚੀ, ਸਾਡੀ ਛੋਟੀ ਭੈਣ ਗੁਰਜੀਤ ਕੌਰ ਬੈਂਸ, ਜੋ ਉਚੇਚੇ ਤੌਰ 'ਤੇ ਸਿੱਖ ਚੈਨਲ ਦੇ ਸਟੂਡੀਓ 'ਚ ਸਾਡੀ ਬੇਨਤੀ ਨੂੰ ਮੰਨਦਿਆਂ ਇੱਥੇ ਪੁੱਜੀ ਹੈ। ਸੋ ਉਹਨਾਂ ਨੂੰ ਵੀ ਜੀ ਆਇਆ ਆਖਦਾ ਹਾਂ। ਉਹਨਾਂ ਤੋਂ ਸਵਾਲ ਜਵਾਬ ਪੁੱਛਾਂਗੇ ਕਿ ਉਹ ਕਿਉਂ ਇਸ ਪਾਸੇ ਨੂੰ ਤੁਰੇ, ਕਿਉਂ ਇਸ ਪਾਸੇ ਨੂੰ ਆਏ, ਕੀ ਪਰਿਵਾਰਕ ਸਿਆਸਤ ਵਿੱਚ ਸੀਗੇ ਸਾਰਾ ਪਰਿਵਾਰ ਉਹਨਾਂ ਦਾ, ਜਾਂ ਉਹਨਾਂ ਦੀ ਆਪਣੀ ਇੱਕ ਨਿੱਜੀ ਦਿਲ ਦੀ ਖਾਸ ਸੀ ਕਿ ਉਹ ਇੰਗਲੈਂਡ ਦੀ ਸਿਆਸਤ ਵਿੱਚ ਪੈਰ ਰੱਖਣ। ਇਸ ਤੋਂ ਪਹਿਲਾਂ ਉਹ ਗ੍ਰੇਵਯਾਰਡ ਤੋਂ 2 ਵਾਰੀ ਕੌਂਸਲਰ ਰਹਿ ਚੁੱਕੇ ਨੇ। ਉਹ ਵੀ ਜਾਣਾਂਗੇ ਕਿ ਉਹਨਾਂ ਨੇ ਉੱਥੋਂ ਇੱਧਰ ਆਣ ਕੇ ਕਿਉਂ ਇਹ ਟਿਕਟ ਲੈਣ ਦੀ ਲਈ ਅਤੇ ਕਿਉਂ ਇੱਥੋਂ ਆਣ ਕੇ ਲੋਕਾਂ ਦੀ ਸੇਵਾ ਕਰਨ ਦਾ ਇੱਕ ਬੀੜਾ ਚੁੱਕ ਰਹੇ ਨੇ। ਅਤੇ ਨਾਲ ਆਏ ਨੇ ਸਰਦਾਰ ਸੰਤੋਖ ਸਿੰਘ ਜੀ ਰੰਧਾਵਾ ਸਾਹਿਬ, ਜੋ ਉਸ ਹਲਕੇ ਦੇ ਬਸ਼ਿੰਦੇ ਨੇ ਜਿੱਥੋਂ ਗੁਰਜੀਤ ਕੌਰ ਬੈਂਸ ਜੀ ਇਲੈਕਸ਼ਨ ਲੜ ਰਹੇ ਨੇ। ਸੋ ਇਹਨਾਂ ਦਾ ਸਟੂਡੀਓ 'ਤੇ ਤੁਹਾਡਾ ਆਉਣ 'ਤੇ ਮੈਂ ਪਹਿਲਾਂ ਜੀ ਆਇਆਂ ਆਖਦਾ ਹੋਇਆ ਫਤਿਹ ਬੁਲਾਉਣਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਜੀਤ, ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਤੇਰਾ ਕਿ ਤੂੰ ਅੱਜ ਸਾਡਾ ਆਪਣਾ ਸਮਾਂ ਕੱਢਿਆ, ਇੱਥੇ ਪੁੱਜੀ। ਗ੍ਰੇਵਯਾਰਡ ਤੋਂ 2 ਵਾਰ ਤੂੰ ਰਹੀ ਉੱਥੇ ਕੌਂਸਲਰ। ਹਾਂਜੀ, ਕਿਸ ਤਰ੍ਹਾਂ ਪਹਿਲਾਂ ਤੈਨੂੰ ਫੀਲ ਹੋਇਆ ਸੀ, ਕਿਉਂ ਵੀ ਸਿਆਸਤ ਵਿੱਚ ਤੂੰ ਪੋਲੀਟਿਕਸ ਵਿੱਚ ਕਿਉਂ ਜਾਣਾ? ਸੋ ਹਾਂਜੀ, ਸੋ ਮੈਂ ਕੁਆਇਟ ਯੰਗ ਏਜ ਦੇ ਵਿੱਚ ਪੋਲੀਟਿਕਸ ਵਿੱਚ ਮੇਰਾ ਇੰਟਰਸਟ ਸੀ। ਮੇਰੇ ਡੈਡੀ ਕੁਆਇਟ ਕਲੋਸ ਹੁੰਦੇ ਸੀ ਕੰਜ਼ਰਵੇਟਿਵ ਪਾਰਟੀ ਦੇ ਨਾਲ। ਮੈਨੂੰ ਸਟੋਰੀ ਦੱਸਦੇ ਹੁੰਦੇ ਸੀ, ਜਦੋਂ ਮੈਂ ਬਹੁਤ ਛੋਟੀ ਹੁੰਦੀ ਸੀ ਉਦੋਂ MP ਸਾਡਾ ਜੇਕਸ ਆਰਨਲਡ ਹੁੰਦਾ ਸੀ। ਉਹਨੂੰ ਜਦੋਂ ਉਹਨਾਂ ਦੀ ਇਲੈਕਸ਼ਨ ਹੁੰਦੀ ਸੀ ਲੈ ਕੇ ਜਾਂਦੇ ਹੁੰਦੇ ਸੀ ਵੈਨ ਚਲਾ ਕੇ, ਸਪੀਕ ਕਰੋ, ਕਹਿੰਦੇ ਹੁੰਦੇ ਸੀ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਕਰੋ। ਸੋ ਸ਼ੁਰੂ ਤੋਂ ਸਾਡੇ ਲਿੰਕ ਹੈਗੇ ਸੀ ਕੰਜ਼ਰਵੇਟਿਵ ਪਾਰਟੀ ਦੇ ਨਾਲ। ਸੋ ਉਹ ਸਾਰੇ ਘਰ ਆਉਂਦੇ ਜਾਂਦੇ ਹੁੰਦੇ ਸੀ। ਜਦੋਂ ਫਿਰ ਮੈਂ 17 ਸਾਲਾਂ ਦੀ ਸੀ, ਮੈਂ ਗਵਰਨਮੈਂਟ ਪੋਲੀਟਿਕਸ ਲੈਵਲ ਦੇ ਵਿੱਚ ਪੜ੍ਹੀ ਸੀ। ਮੈਂ ਉਦੋਂ ਆਪਣੇ ਜਿਹੜਾ ਲੋਕਲ MP ਸੀ ਉਹਨੂੰ ਪੁੱਛਿਆ ਸੀ ਕਿ ਮੈਂ ਆ ਕੇ ਵਰਕ ਐਕਸਪੀਰੀਅੰਸ ਤੁਹਾਡੇ ਨਾਲ ਕਰ ਸਕਦੇ। ਫਿਰ ਮੈਂ ਵਰਕ ਐਕਸਪੀਰੀਅੰਸ ਕੀਤਾ ਸੀ ਉਦੋਂ 2 ਵੀਕਸ ਲਈ। ਫਿਰ ਉਸ ਤੋਂ ਬਾਅਦ ਮੈਂ ਯੂਨੀਵਰਸਿਟੀ ਚਲ ਗਈ, ਯੂਨੀਵਰਸਿਟੀ ਆਫ ਬਕਿੰਗਮ, ਉੱਥੇ ਮੈਂ ਲਾਅ ਪੜ੍ਹੀ ਸੀ। ਫਿਰ ਜਦੋਂ ਮੈਂ ਆਈ ਮੁੜ ਕੇ ਮੈਂ ਪ੍ਰੀਤੀ ਪਟੇਲ ਨਾਲ ਕੰਮ ਸ਼ੁਰੂ ਕੀਤਾ, ਉਹਨਾਂ ਦੀ ਐਡਵਾਈਜ਼ਰ ਦੇ ਤੌਰ 'ਤੇ। ਉਦੋਂ ਪ੍ਰਾਈਮ ਮਿਨਿਸਟਰ ਡੇਵਿਡ ਕੈਮਰਨ ਨੇ ਉਹਨੂੰ ਰੋਲ ਦਿੱਤਾ ਸੀ ਸਾਡਾ ਇੰਡੀਅਨ ਡਾਇਸਪੋਰਾ ਚੈਂਪੀਅਨ। ਸੋ ਉਹਦੇ ਵਿੱਚ ਆਪਾਂ ਸਾਰੇ ਗੁਰਦੁਆਰੇ, ਮੰਦਿਰ, ਸਾਰਿਆਂ ਨੇ ਇੰਗੇਜਮੈਂਟ ਸ਼ੁਰੂ ਕੀਤੀ ਸੀ ਉਦੋਂ। ਸੋ ਉਹ 'ਚ ਵੀ ਪ੍ਰੀਤੀ ਤੋਂ ਬਹੁਤ ਲਰਨ ਕੀਤਾ ਪੋਲੀਟਿਕਸ ਦੇ ਵਿੱਚ ਕਿ ਹਾਰਡ ਵਰਕ ਪੋਲੀਟਿਕਸ ਵਿੱਚ ਕਰਨੀ ਪੈਣੀ ਜੇ ਤੁਸੀਂ ਕਿਤੇ ਜਾਣਾ। ਫਿਰ ਮੈਂ ਕਿਹਾ ਸੀ ਕਿ ਮੈਂ ਲੋਕਲ ਸਾਡੀ ਕਮਿਊਨਿਟੀ ਲਈ ਕੁਛ ਕਰਨਾ। ਫਿਰ ਮੈਂ ਖੜੀ ਹੋਈ 23 ਸਾਲਾਂ ਦੀ ਸੀ ਜਦੋਂ ਮੈਂ ਪਹਿਲੀ ਵਾਰੀ ਖੜੀ ਹੋਈ ਕੰਜ਼ਰਵੇਟਿਵ ਪਾਰਟੀ ਲਈ। ਅਤੇ ਉਦੋਂ ਜਨਰਲ ਇਲੈਕਸ਼ਨ ਵੀ ਉਸ ਸਾਲ ਦੇ ਵਿੱਚ ਸੀ 2015 ਦੇ ਵਿੱਚ। ਸੋ ਬਹੁਤ ਕੰਮ ਕੀਤਾ ਕੰਜ਼ਰਵੇਟਿਵ ਪਾਰਟੀ। ਉਦੋਂ ਡੇਵਿਡ ਕੈਮਰਨ ਵੀ ਆਇਆ ਸੀ ਨਾ ਗ੍ਰੇਵਯਾਰਡ? ਹਾਂਜੀ, ਫਿਰ ਡੇਵਿਡ ਕੈਮਰਨ ਫਿਰ ਗੁਰਦੁਆਰੇ ਆਏ ਸੀ, ਜੋ ਮੇਰੇ ਡੈਡੀ ਪ੍ਰਧਾਨ ਸੀ ਗ੍ਰੇਵਜ਼ਨ ਗੁਰਦੁਆਰੇ ਦੇ। ਸੋ ਉਦੋਂ ਆਪਾਂ ਡੇਵਿਡ ਕੈਮਰਨ ਨੂੰ ਲੈ ਕੇ ਆਏ ਸੀ, ਉਹਦੀ ਵਾਈਫ ਵੀ ਨਾਲ ਆਈ ਸੀ। ਸੋ ਬਹੁਤ ਸਾਰੀ ਦੁਨੀਆ ਦੇ ਵਿੱਚ ਉਹ ਫੁਟੇਜ ਗਈ ਸੀ। ਸੋ ਉਹ ਵੈਰੀ ਨਾਈਸ ਸੀ।
ਫਿਰ ਜਦੋਂ ਮੈਂ ਖੜੀ ਹੋਈ ਮੇਰੀ ਮੰਮੀ ਡੈਡੀ ਨੇ ਬਹੁਤ ਮੇਰੀ ਸਪੋਰਟ ਕੀਤੀ ਕਹਿੰਦੇ ਯੂ نو ਪਹਿਲੀ ਸਿੱਖ ਕੁੜੀ ਸੀ ਜਿਹੜੀ ਕੰਜ਼ਰਵੇਟਿਵ ਪਾਰਟੀ ਲਈ ਗ੍ਰੇਵਜ਼ਮ 'ਚ ਖੜੀ ਹੋਈ ਹਾਲੇ ਤੱਕ ਯੂ نو ਲੇਬਰ ਸਾਈਡ ਤੇ ਵੀ ਨਹੀਂ ਕੋਈ ਸਿੱਖ ਕੁੜੀ ਖੜੀ ਹੋਈ ਸੀ ਉਦੋਂ ਤੇ ਫਿਰ ਉਸ ਹਾਰਡ ਵਰਕ ਕਰਕੇ ਆਪਾਂ ਯੂ نو ਸਾਰੀ ਕਮਿਊਨਿਟੀ ਨੂੰ ਔਨ ਬੋਰਡ ਸਾਈਡ ਤੇ ਕੀਤਾ ਫਿਰ ਆਪਾਂ ਜਿੱਤ ਗਏ ਸੀ ਮੈਂ ਆਪਣੀ ਸੀਟ ਵੀ ਜਿੱਤ ਗਈ ਸੀ ਆਪਾਂ ਕਾਉਂਸਲ ਵੀ ਲੇਬਰ ਤੋਂ ਕੰਟਰੋਲ ਕਰ ਲਈ ਸੀ ਉਦੋਂ ਓਕੇ ਸੋ ਯਾ ਸੋ 2 ਵਾਰੀ ਉਹ ਤੋਂ ਜਿੱਤੀ ਹਾਂਜੀ ਫਿਰ 2019 ਇਸ ਸਾਲ ਵੀ ਇਲੈਕਸ਼ਨ ਹੋਈ ਸੀ ਇਸ ਸਾਲ ਵੀ ਮੈਂ ਕਾਉਂਸਲ ਬਣੀ ਆ ਸੋ ਹੁਣ ਗ੍ਰੇਵਜ਼ੈਂਡ ਤੋਂ ਆਣ ਕੇ ਵੋਸਲ ਸਾਊਥ ਤੋਂ ਐਡੀ ਦੂਰ ਆਣ ਕੇ ਹਾਂਜੀ ਐਮਪੀ ਦੀ ਇਲੈਕਸ਼ਨ ਲੜ ਰਹੀ ਕੀ ਉਧਰ ਲਾਗੇ ਟਿਕਟ ਨਹੀਂ ਮਿਲੀ ਜਾਂ ਪਾਰਟੀ ਨੇ ਜੋ ਆਰਡਰ ਕੀਤਾ ਉਹਦੇ ਹਿਸਾਬ ਨਾਲ ਨਹੀਂ ਆਰਡਰ ਦੀ ਗੱਲ ਨਹੀਂ ਹੁੰਦੀ ਸੋ ਜਿਹੜੀ ਸਾਡੀ ਜਿੱਥੇ ਸਾਡੀ ਕਮਿਊਨਿਟੀ ਹੈਗੀ ਆ ਉੱਥੇ ਮੈਨੂੰ ਸ਼ੁਰੂ ਤੋਂ ਮੈਂ ਚਾਹੁੰਦੀ ਸੀ ਖਰਾ ਮੈਂ ਰੈਪਰੈਜ਼ੈਂਟ ਕਰਾਂ ਜਿਹੜੀ ਸਾਡੀ ਆਪਣੇ ਸਿੱਖ ਤੇ ਏਸ਼ੀਅਨ ਕਮਿਊਨਿਟੀਜ਼ ਬਹੁਤ ਕਲੋਸਲੀ ਕੰਮ ਕੀਤਾ ਉਹਨਾਂ ਦੇ ਨਾਲ ਸਾਡਾ ਆਪਣਾ ਐਮਪੀ ਗ੍ਰੇਵਜ਼ੈਂਡ ਦੇ ਵਿੱਚ ਕੰਜ਼ਰਵੇਟਿਵ ਆ ਸੋ ਆਲਰੇਡੀ ਸੋ ਉੱਥੇ ਤਾਂ ਹੋਣਾ ਨਹੀਂ ਸੀ ਪਰ ਵਾਲਸਲ ਦੇ ਵਿੱਚ ਮੈਂ ਪਿਛਲੇ ਸਾਲ ਟਰੀਜ਼ਾ ਮੇ ਜਦੋਂ ਪ੍ਰਾਈਮ ਮਿਨਿਸਟਰ ਸੀ ਉਦੋਂ ਵਾਲਸਲ ਗੁਰਦੁਆਰੇ ਲੈ ਕੇ ਗਈ ਸੀ ਉਹਨੂੰ ਸੋ ਕਾਫੀ ਲਿੰਕ ਹੈ ਮੇਰੀ ਸਾਰੀ ਫੈਮਿਲੀ ਵੀ ਵਾਲਸਲ 'ਚ ਰਹਿੰਦੀ ਆ ਸੋ ਮੈਂ ਚਾਹੁੰਦੀ ਸੀ ਕੋਈ ਸੀਟ ਮੈਂ ਉਹ ਰੈਪਰੈਜ਼ੈਂਟ ਕਰਾਂ ਜਿੱਥੇ ਮੇਰਾ ਕੋਈ ਪਰਸਨਲ ਕਨੈਕਸ਼ਨ ਹੋਵੇ ਤਾਂ ਵਾਲਸਲ ਸਾਊਥ ਦਾ ਮੌਕਾ ਮਿਲਿਆ ਮੈਨੂੰ ਸੋ ਚਲੋ ਠੀਕ ਹੈ ਸਭ ਤੋਂ ਪਹਿਲਾਂ ਤੇ ਮੈਂ ਸਮੂਹ ਜੋ ਆਪਾਂ ਨੂੰ ਦੇਖ ਰਹੇ ਆ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਤੈਨੂੰ ਵੱਧ ਤੋਂ ਵੱਧ ਸਪੋਰਟ ਕਰਨ ਵੈਸੇ ਰੰਧਾਵਾ ਸਾਹਿਬ ਤੇ ਅੱਜ ਆਪਣੇ ਨਾਲ ਆਏ ਆ ਇਹ ਤੇ ਸਪੋਰਟ ਕਰਨਗੇ ਇਹਨਾਂ ਨੇ ਪਹਿਲਾਂ ਵਾਅਦਾ ਕਰ ਲਿਆ ਸੋ ਮੈਂ ਇੱਕ ਹੀ ਜਿੱਥੇ ਤੁਸੀਂ ਸਿੱਖ ਚੈਨਲ ਵੇਖ ਰਹੇ ਹੋ ਅਗਰ ਇੰਗਲੈਂਡ ਦੇ ਜਾਂ ਦੁਨੀਆ ਦੇ ਕਿਸੇ ਕੋਨੇ ਤੇ ਤੁਸੀਂ ਵਸਦੇ ਹੋ ਸਾਡੀ ਤਾਂ ਇੱਕੋ ਹੀ ਬੇਨਤੀ ਹੈ ਕੋਈ ਪਾਰਟੀ ਨਾ ਵੇਖਿਓ ਕੋਈ ਉਹਦਾ ਪਿਛਲੀ ਪਾਰਟੀ ਨਾਲ ਮੰਨ ਲਓ ਪੰਜਾਬ ਦੇ ਵਿੱਚ ਕਿਸੇ ਪਾਰਟੀ ਨਾਲ ਲਿੰਕ ਨਾ ਵੇਖਿਓ ਚਾਹੇ ਉਹ ਗੁਰਜੀਤ ਕੌਰ ਬੈਂਸ ਹੋਵੇ ਚਾਹੇ ਕੋਈ ਹੋਰ ਹੋਵੇ ਲੇਕਿਨ ਜਿੱਥੇ ਵੀ ਆਪਣਾ ਕੋਈ ਧੀ ਪੁੱਤ ਆਪਣਾ ਕੋਈ ਭੈਣ ਭਰਾ ਆਪਣਾ ਕੋਈ ਦੋਸਤ ਪੰਜਾਬੀ ਖੜਾ ਉਹਨੂੰ ਵੋਟਾਂ ਪਾਉਣ ਦੀ ਕੋਸ਼ਿਸ਼ ਕਰਿਓ ਤੇ ਬੋਸਲ ਸਾਊਥ ਦੇ ਵਿੱਚ ਵੱਸਦੇ ਅਗਰ ਤੁਹਾਡੇ ਕੋਈ ਰਿਸ਼ਤੇਦਾਰ ਤੁਹਾਡੇ ਕੋਈ ਸਕੇ ਸੰਬੰਧੀ ਵੱਸਦੇ ਹੋਣ ਤੇ ਉਹਨਾਂ ਨੂੰ ਬੇਨਤੀ ਕਰਿਓ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨੂੰ ਜਿਤਾਉਣ ਦੀ ਕੋਸ਼ਿਸ਼ ਕਰੋ ਗੁਰਜੀਤ ਕੌਰ ਨੂੰ ਗੁਰਜੀਤ ਸਭ ਤੋਂ ਕਿਉਂਕਿ ਇੱਕ ਆਪਣੇ ਇਕੱਲਾ ਆਪਣੇ ਕਮਿਊਨਿਟੀ ਵਿੱਚ ਹੀ ਨਹੀਂ ਹਾਂਜੀ ਅੱਜ ਦੀ ਡੇਟ 'ਚ ਜਿਹੜਾ ਬ੍ਰਿਟੈਕਸ ਦਾ ਰੌਲਾ ਹਾਂਜੀ ਉਹਦੇ ਬਾਰੇ ਕਈਆਂ ਲੋਕਾਂ ਨੂੰ ਪਤਾ ਨਹੀਂ ਯੈਸ ਖਾਸ ਕਰ ਜਿਹੜੇ ਆਪਣੇ ਸਿਆਣੇ ਆ ਹਾਂਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੀ ਕੀ ਉਹ ਕੀ ਆ ਸੋ 2016 ਦੇ ਵਿੱਚ ਮੈਂ ਕੰਮ ਸ਼ੁਰੂ ਕੀਤਾ ਸੀ ਵੋਟ ਲੀਵ ਕੈਂਪੇਨ ਦੇ ਨਾਲ ਮੈਂ ਬੋਰਿਸ ਜੌਨਸਨ ਪ੍ਰੀਤੀ ਦੇ ਨਾਲ ਉਦੋਂ ਕੰਮ ਕੀਤਾ ਸੀ ਲੀਵ ਸਾਈਡ ਤੇ ਯੂਰਪ 'ਚ ਲਿਖਣ ਲਈ ਉਹਨਾਂ ਦੇ ਨਾਲ ਮੈਂ ਐਡਵਾਈਜ਼ਰ ਸੀ ਸੋ ਮੇਰਾ ਕੰਮ ਸੀ ਏਸ਼ੀਅਨ ਕਮਿਊਨਿਟੀਜ਼ ਦੇ ਨਾਲ ਕੰਮ ਕਰਨਾ ਉਹਨਾਂ ਨੂੰ ਐਕਸਪਲੇਨ ਕਰਨਾ ਬੈਨੀਫਿਟਸ ਕੀ ਲੀਵ ਕਰਨ ਲਈ ਪਰ ਗੱਲ ਇੱਦਾਂ ਹੁਣ ਜਿਹੜਾ ਆਪਾਂ ਮੁੱਦਾ ਰੱਖਿਆ ਸੀ ਕੰਟਰੀ ਦੇ ਮੋੜੇ ਸਾਰਿਆਂ ਨੇ 17.4 ਮਿਲੀਅਨ ਪੀਪਲ ਨੇ ਵੋਟ ਕੀਤਾ ਸੀ ਕਿ ਆਪਾਂ ਯੂਰਪ ਚੋਂ ਬਾਹਰ ਜਾਣਾ 10 ਸਾਲ ਹੋ ਗਏ ਉਹ ਯੂ نو ਡੈਮੋਕ੍ਰੈਟਿਕ ਮੈਂਡੇਟ ਜਿਹੜਾ ਸਾਨੂੰ ਮਿਲਿਆ ਸੀ ਉਹ ਪੂਰਾ ਨਹੀਂ ਹੋਇਆ ਸੋ ਪਾਰਲੀਮੈਂਟ ਨੇ ਫਰਸਟ੍ਰੇਟ ਕੀਤਾ ਪਰ ਹੁਣ ਟਾਈਮ ਆਈ ਥਿੰਕ ਯੂ نو ਸਾਰੀ ਪਾਰਟੀਆਂ ਨੂੰ ਰਲ ਕੇ ਹੁਣ ਜਸਟ ਬ੍ਰੈਗਜ਼ਿਟ ਕਰਵਾਉਣੀ ਪੈਣੀ ਹੈ ਬਿਕਾਜ਼ ਉਹ ਕੰਟਰੀ ਨੇ ਯੂ نو ਕੁਆਇਟ ਕਲੀਅਰਲੀ ਮੈਂਡੇਟ ਦਿੱਤਾ ਕਿ ਆਪਾਂ ਛੱਡਣਾ ਚਾਹੁੰਦੇ ਆ ਇੱਕ ਯੂ نو ਸਾਨੂੰ ਫਾਇਦਾ ਵੀ ਹੈਗਾ ਲੀਵ ਹੋਣ ਦਾ ਹੁਣ ਜੇ ਸੋਚਿਆ ਜਾਵੇ ਆਪਾਂ ਯੂ نو ਵੈਰੀ ਸਟਰੋਂਗ ਕੰਟਰੀ ਆ ਸਭ ਤਰੱਕੀ ਯੂਕੇ ਦੀ ਤਰੱਕੀ ਵੀ ਬਹੁਤ ਆ 27 ਕੰਟਰੀਆਂ ਦੇ ਨਾਲ ਆਪਾਂ ਗਰੁੱਪ ਸੀ ਜੇ ਲਾ ਲਓ ਇਮੀਗ੍ਰੇਸ਼ਨ ਨਾਲ ਵੀ ਦੇਖਦੇ ਆ ਇਮੀਗ੍ਰੇਸ਼ਨ ਦਾ ਸਿਸਟਮ ਜਿਹੜਾ ਸੀ ਉਹ ਕੁਆਇਟ ਅਨਫੇਅਰ ਸੀ ਸਾਡੇ ਆਪਣੇ ਪੰਜਾਬੀਜ਼ ਲਈ ਇੰਡੀਆ ਤੋਂ ਆਏ ਨਿਊਜ਼ੀਲੈਂਡ ਆਸਟ੍ਰੇਲੀਆ ਸੋ ਹੁਣ ਆਪਾਂ ਇਹ ਚਾਹੁੰਦੇ ਆ ਗਾਂ ਕੱਲਾ ਪਹਿਲਾਂ ਫ੍ਰੀ ਮੂਵਮੈਂਟ ਆਫ ਪੀਪਲ ਸੀ ਸੋ ਜਿਹੜੇ ਮਰਜੀ ਯੂਰਪ ਤੋਂ ਆਉਂਦੇ ਹੁੰਦੇ ਸੀ ਇੰਗਲੈਂਡ ਦੇ ਵਿੱਚ ਤੇ ਇਮੀਗ੍ਰੇਸ਼ਨ ਤੇ ਕਿਤੋਂ ਤੱਕ ਘਟਾਉਣੀ ਪੈਣੀ ਸੀ ਉਦੋਂ ਸੋ ਫਿਰ ਉਹ ਥੋੜਾ ਜਿਹਾ ਯੂ نو ਅਨਫੇਅਰ ਬਾਇਸ ਸੀ ਦੂਜੀਆਂ ਕੰਟਰੀਆਂ ਲਈ ਪਰ ਹੁਣ ਜਿਹੜਾ ਆਸਟ੍ਰੇਲੀਅਨ ਸਟਾਈਲ ਪੁਆਇੰਟ ਸਿਸਟਮ ਪ੍ਰੀਤੀ ਪਟੇਲ ਨੇ ਤੇ ਬੋਰਿਸ ਜੌਨਸਨ ਨੇ ਕਿਹਾ ਉਹ ਫੇਅਰ ਹੋਊਗਾ ਸੋ ਜੇ ਤੁਹਾਡੇ ਕੋਲ ਕੋਈ ਸਕਿੱਲ ਆ you know ਇਸ ਕੰਟਰੀ 'ਚ ਕੋਈ ਸ਼ੋਰਟੇਜ ਆ ਉਹ ਆਪਾਂ ਸਕਿੱਲ ਦੇਖ ਸਕਦੇ ਭਾਵੇਂ ਡਾਕਟਰਸ ਨਰਸਿਸ ਲੋ ਸਕਿਲਡ ਲੇਬਰ ਵੀ ਸਾਰੇ ਕੰਟਰੀਆਂ ਦੇ ਵਿੱਚੋਂ ਮੈਰਿਟ ਦੇ ਹਿਸਾਬ ਦੇ ਨਾਲ ਹੈ ਤੇ ਸਾਡਾ ਜਿਹੜਾ ਬ੍ਰਿਟਨ ਦਾ ਲਿੰਕ ਹੈ ਕਾਮਨਵੈਲਥ ਕੰਟਰੀਆਂ ਦਾ ਨਾਲ ਉਹ ਆਪਾਂ ਹੁਣ ਸਟਰੋਂਗਰ ਕਰ ਸਕਦੇ ਹਾਂ ਸੋ ਮੇਰੇ ਬਿਲੀਫ ਦੇ ਵਿੱਚ ਬੈਨੀਫਿਟ ਬਹੁਤ ਹੈ ਯੂਰਪ ਛੱਡਣ ਕੀ ਇਹਦਾ ਜਿਹੜਾ ਯੂਰਪ ਛੱਡਣ ਦੇ ਨਾਲ ਪੰਜਾਬੀ ਭਾਈਚਾਰੇ ਨੂੰ ਕਿਉਂਕਿ ਆਪਾਂ ਪੰਜਾਬੀ ਨਾਲ ਸੰਬੰਧ ਰੱਖਦੇ ਸਿੱਖਾਂ ਨਾਲ ਸੰਬੰਧ ਰੱਖਦੇ ਉਹਦੇ ਨਾਲ ਕੋਈ ਆਪਾਂ ਨੂੰ ਵੀ ਫਾਇਦਾ ਹੁੰਦਾ ਪਰਸਨਲੀ ਕਿ ਨਹੀਂ ਹੁੰਦਾ ਹਾਂਜੀ ਫਾਇਦਾ ਤਾਂ ਲੁੱਕ ਸਾਡੀ ਲਿੰਕ ਵਧੂਗੇ ਇੰਡੀਆ ਦੇ ਨਾਲ ਆਪਾਂ ਯੂ نو ਫ੍ਰੀ ਟ੍ਰੇਡ ਡੀਲ ਵੀ ਕਰ ਸਕਦੇ ਜਿਹੜੇ ਆਪਾਂ ਪਹਿਲਾਂ ਯੂਰਪ ਨੂੰ ਪਰਮਿਸ਼ਨ ਲੈ ਕੇ ਕਰਨੇ ਪੈਣੇ ਸੀ ਹੁਣ ਆਪਾਂ ਸਿੱਧੇ ਇੰਡੀਆ ਨਾਲ ਕਰ ਸਕਦੇ ਲਿੰਕ ਸੋ ਆਪਾਂ ਉਹ ਲਿੰਕ ਵਧਾ ਸਕਦੇ ਸੋ ਆਈ ਥਿੰਕ ਉਹ ਵੀ ਵੈਰੀ ਇੰਪੋਰਟੈਂਟ ਹੈ ਜੇ ਸੋਚਿਆ ਜਾਵੇ ਯੂ نو ਪਹਿਲੀ ਟਾਈਮ ਜੋ ਵਰਲਡ ਵਾਰ 1 ਵਰਲਡ ਵਾਰ 2 ਕਿੰਨੇ ਸਾਡੇ ਸਿੱਖ ਸਾਡੇ ਨਾਲ ਬ੍ਰਿਟਨ ਦੇ ਨਾਲ ਫਾਈਟ ਕੀਤਾ ਸੀ ਵਾਰਸ ਦੇ ਵਿੱਚ ਸਾਡੇ ਲਿੰਕ ਵੀ ਬਹੁਤ ਸਟਰੋਂਗ ਆ ਸੋ ਉਹੀ ਆਪਾਂ ਚਾਹੁੰਦੇ ਕਿ ਗਾਂ ਤੋਂ ਗਾਂ ਉਹ ਸਟਰੋਂਗਰ ਹੋਵੇ ਕਿਉਂਕਿ ਆਪਾਂ ਨੂੰ ਪੂਰੀ
ਇੰਗਲੈਂਡ, ਯੂਰਪ, ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ, ਅਮਰੀਕਾ ਤੇ ਇੰਟਰਨੈਟ ਰਾਹੀਂ ਪੂਰੀ ਦੁਨੀਆ 'ਚ ਸਿੱਖ ਚੈਨਲ ਨੂੰ ਵੇਖਿਆ ਜਾਂਦਾ। ਹਾਂਜੀ। ਤੁਸੀਂ ਸਿੱਖ ਚੈਨਲ ਦੇ ਜ਼ਰੀਏ ਬਹੁਤ ਸਾਰੇ ਸਾਊਥ ਦੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ, ਕੀ ਰਿਕੁਐਸਟ ਕਰਨੀ ਚਾਹੁੰਦੇ ਵੀ ਤੁਹਾਨੂੰ ਵੋਟਾਂ ਪਾਉਣ, ਕਿਉਂ ਪਾਉਣ? ਹਾਂਜੀ, ਆਈ ਥਿੰਕ ਮੈਂ ਬਹੁਤ ਪ੍ਰਿਵਿਲੇਜ ਹੈ ਜੇ ਸਾਡੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਟਾਈਮ ਵਿੱਚ ਮੈਨੂੰ ਮੌਕਾ ਮਿਲਿਆ ਇਸ ਸਾਲ ਖਾਣ ਲਈ, ਸੋ ਉਹ ਵੀ ਬਹੁਤ ਪ੍ਰਿਵਿਲੇਜ ਦੀ ਗੱਲ ਆ। ਕਾਫੀ ਸਾਡੇ ਸਿੱਖ ਇਸ ਟਾਈਮ ਖੜੇ ਆ ਕੰਜ਼ਰਵੇਟਿਵ ਪਾਰਟੀ ਲਈ, ਪਰ ਆਈ ਥਿੰਕ ਟਾਈਮ ਵਾਲਸਲ ਸਾਊਥ ਦੇ ਵਿੱਚ ਸਪੈਸ਼ਲੀ ਜਿੱਥੇ ਸਾਡੀ ਲੇਬਰ ਦੀ MP ਬਹੁਤ ਚੱਲ ਹੀ ਰਹੇ ਆ, ਹੁਣ ਟਾਈਮ ਹੈਗਾ ਚੇਂਜ ਕਰਨ ਦਾ। ਤੁਹਾਡੀ ਆਪਣੀ ਕੁੜੀ ਨੂੰ ਤੁਸੀਂ ਚਾਂਸ ਦੇ ਸਕਦੇ ਆ। ਆਈ ਥਿੰਕ ਫਾਇਦਾ ਵੀ ਹੈਗਾ ਬਿਕੋਜ਼ ਲੁੱਕ, ਪਹਿਲੀ ਗੱਲ ਮੈਂ ਓਬਵੀਅਸਲੀ ਬ੍ਰਿਟਿਸ਼ ਆ, ਪਰ ਮੈਂ ਸਿੱਖ ਵੀ ਆ, ਮੈਂ ਆਪਣਾ ਤਾਣ ਬਹੁਤ ਕਲੋਸਲੀ ਰੱਖਦੀ ਆ ਮੇਰੇ ਬਿਲੀਫ ਦੇ ਵਿੱਚ। ਪਰ ਆਈ ਥਿੰਕ ਜੇ ਤੁਸੀਂ ਸਪੋਰਟ ਕਰ ਸਕਦੇ ਆਪਣੀ ਕੁੜੀ ਨੂੰ ਸਪੋਰਟ ਕਰੋਗੇ, ਮੈਂ ਵਾਅਦਾ ਕੀਤਾ ਜਿਹੜੀ ਵਾਲਸਲ ਸਾਊਥ ਦੀ ਕਮਿਊਨਿਟੀ ਦੇ ਨਾਲ ਕਿ ਮੈਂ ਉੱਥੇ ਹੀ ਆਫਿਸ ਰੱਖੂੰਗੀ, ਉੱਥੇ ਹੀ ਰਹੂੰਗੀ। ਕੰਸਟੀਚੁਐਂਸੀ ਦੇ ਵਿੱਚ ਜਿਹੜਾ ਸਟਾਫ ਹੋਗਾ, ਮੈਂ ਚਾਹੁੰਦੀ ਉੱਥੇ ਸਾਡੀ ਸਿੱਖ ਕਮਿਊਨਿਟੀ ਵੀ ਬਹੁਤ, ਹਿੰਦੂ ਕਮਿਊਨਿਟੀ ਵੀ ਆ, ਮੁਸਲਿਮ ਕਮਿਊਨਿਟੀ ਵੀ। ਮੈਂ ਚਾਹੁੰਦੀ ਕਿ ਜਿਹੜੇ ਸਟਾਫ ਮੈਂਬਰਸ ਵੀ ਉਹਨਾਂ ਸਾਰੇ ਲੈਂਗੁਏਜਿਸ ਦਾ ਪਤਾ ਹੋਵੇ। ਸੋ ਐਂਡ ਦੂਜੀ ਗੱਲ, ਮੈਨੂੰ ਵੀ ਪੰਜਾਬੀ ਆਉਂਦੀ ਹੈ, ਸੋ ਮੈਂ ਜਿਹੜੇ ਸਾਡੇ ਐਲਡਰਸ ਆ ਉਹਨਾਂ ਨਾਲ ਸਿੱਧੇ ਗੱਲ ਕਰ ਸਕਦੇ, ਕੋਈ ਵੀ ਪ੍ਰੋਬਲਮ ਹੋਵੇ ਮੈਨੂੰ ਅਪਰੋਚ ਕਰ ਸਕਦੇ। ਆਈ ਥਿੰਕ ਵੈਰੀ ਇੰਪੋਰਟੈਂਟ ਹੈ ਹੁਣ ਪੋਲੀਟਿਕਸ ਦੇ ਵਿੱਚ ਸਾਡੇ ਆਪਣੇ ਆਉਣੇ ਚਾਹੀਦੇ ਆ, ਪਰ ਆਪਾਂ ਜਾਂ ਉਸ ਪੋਜੀਸ਼ਨ ਤੱਕ ਪਹੁੰਚ ਸਕਦੇ ਆ, ਪਰ ਉਹ ਵੀ ਗੱਲ ਹੈ ਆਪਾਂ ਉੱਥੇ ਪਹੁੰਚ ਕੇ ਸਾਡੀ ਕਮਿਊਨਿਟੀ ਲਈ ਕੀ ਕਰਨਾ। ਸੋ ਮੈਂ ਇਹ ਚਾਹੁੰਦੀ ਕਿ ਮੈਂ ਸਾਰੇ ਦੀ ਮਦਦ ਕਰਾਂ, ਤਾਂ ਮੈਂ ਵਾਲਸਲ ਸਾਊਥ ਵਿੱਚ ਖੜੀ ਹਾਂ। ਗੁਰਜੀਤ, ਇੱਕ ਕੁਐਸਚਨ ਹੋਰ, ਕਿ ਜਦੋਂ ਡੇਵਿਡ ਕੈਮਰਨ ਨੇ ਰੈਫਰੈਂਡਮ ਕਰਾਇਆ ਸੀ, ਹਾਂਜੀ, ਤੇ ਉਹ ਲਾਈਕ 52% ਲੋਕਾਂ ਨੇ ਵੋਟਾਂ ਪਾਈਆਂ ਸੀਗੀਆਂ ਯੂਰਪ 'ਚੋਂ ਆਊਟ ਜਾਣ ਲਈ, ਤੇ 48% ਨੇ ਪਾਈਆਂ ਸੀ ਸਟੇ ਇਨ ਕਰਨ ਨੂੰ। ਹਾਂਜੀ। ਲੇਕਿਨ ਡੇਵਿਡ ਕੈਮਰਨ ਨੇ ਕਿਹਾ ਸੀ ਕਿ ਮੈਂ 2% ਦੇ ਹਿਸਾਬ ਨਾਲ ਜਾਂ 4% ਦੇ ਹਿਸਾਬ ਨਾਲ ਹਾਰ ਗਿਆ। ਉਹਨੇ ਰਿਜ਼ਾਈਨ ਕਰਤਾ ਸੀ। ਉਹਦੇ ਬਾਅਦ ਟਰੀਸਾ ਮੇ ਆਈ, ਟਰੀਸਾ ਮੇ ਤੋਂ ਬਾਅਦ ਹੁਣ ਬੋਰਿਸ ਜੌਨਸਨ ਆਇਆ। ਹਾਂਜੀ। ਲੇਕਿਨ ਇਹਦੇ ਵਿੱਚ ਬਿਟਵੀਨ ਦਾ ਕਿੰਨੇ ਜਿਹੜੀ ਟੋਰੀ ਪਾਰਟੀ ਦੇ ਲੀਡਰ ਸੀ, ਮਿਨਿਸਟਰ ਸੀਗੇ, ਕੈਬਨਿਟ ਮਿਨਿਸਟਰ ਸੀ, ਕੋਈ ਰਿਜ਼ਾਈਨ ਕਰ ਗਿਆ, ਕੋਈ ਪਾਰਟੀ ਤਾਂ ਨਹੀਂ ਛੱਡੀ, ਲੇਕਿਨ ਕੈਬਨਿਟ ਮੰਤਰੀ ਤੋਂ ਕਿਸੇ ਨੇ ਰਿਜ਼ਾਈਨ ਕਰਤਾ, ਕਿਸੇ ਨੇ ਉਹਨੂੰ ਨਹੀਂ ਸਪੋਰਟ ਕੀਤੀ ਟਰੀਸਾ ਮੇ ਨੂੰ, ਕਿਸੇ ਨੇ ਬੋਰਿਸ ਜੌਨਸਨ ਨੂੰ ਨਹੀਂ ਸਪੋਰਟ ਕਰ ਰਿਹਾ। ਕੀ ਉਹਦੇ ਨਾਲ ਲੋਕਾਂ 'ਚ ਬੁਰਾ ਅਸਰ ਨਹੀਂ ਪੈਂਦਾ, ਲਾਈਕ ਲੋਕੀ ਫਿਰ ਵੋਟਾਂ ਘੱਟ ਨਹੀਂ ਪਾਉਣਗੇ? ਕੀ ਲੱਗਦਾ? No, I don't think so. ਜਿਹੜੀ ਸਾਡੀ ਕੰਜ਼ਰਵੇਟਿਵ ਪਾਰਟੀ ਦਾ ਮੈਸੇਜ ਹੈ ਉਹ ਆ ਜਿਹੜੇ ਇਸ ਕੰਟਰੀ ਵਿੱਚ ਹਾਰਡ ਵਰਕ ਕਰਦੇ ਉਹਨਾਂ ਨੂੰ ਆਪਾਂ ਰਿਵਾਰਡ ਕਰੀਏ। ਸੋ ਜਿਹੜੇ ਹੁਣ ਆਪਾਂ ਪਾਲਿਸੀਜ਼ ਅਨਾਉਂਸ ਕੀਤੀਆਂ, ਜਿੱਦਾਂ NHS ਦੇ ਵਿੱਚ ਇਨਵੈਸਟ ਕਰਨਾ, 20,000 ਪੁਲਿਸ ਆਫਿਸਰਸ ਸਾਰੀ ਕੰਟਰੀ ਦੇ ਵਿੱਚ, ਐਜੂਕੇਸ਼ਨ ਸਪੈਂਡਿੰਗ ਦੇ ਵਿੱਚ, ਤੇ ਜਿਹੜੀ ਕ੍ਰਾਈਮ ਹੈ ਉਹਨੂੰ ਟੈਕਲ ਕਰਨਾ, ਆਈ ਥਿੰਕ ਉਹ ਹੈਗੇ ਇੰਪੋਰਟੈਂਟ ਇਸ਼ੂਜ਼। ਬ੍ਰੈਗਜ਼ਿਟ ਤਾਂ ਆਪਾਂ ਕਰਵਾਉਣੀ ਪੈਣੀ ਬਿਕੋਜ਼ ਮੈਜੋਰਿਟੀ ਨੇ ਸਾਨੂੰ ਉਹਨਾਂ ਨੇ ਆਪਣੀ ਆਵਾਜ਼ ਦਿੱਤੀ ਹੈ ਕਿ ਆਪਾਂ ਕਰਵਾਉਣੀ ਆ, ਪਰ ਉਹ ਆ ਕਿ ਉਸ ਤੋਂ ਬਾਅਦ 'ਚ ਆਪਾਂ ਫਿਊਚਰ ਤੱਕ ਦੇਖੀਏ। ਸੋ ਹੁਣ ਪਾਰਟੀ ਸਾਡੀ ਯੂਨਾਈਟਿਡ ਆ, ਸਾਰੀ ਜਿੰਨੇ ਵੀ ਕੈਂਡੀਡੇਟ ਖੜੇ ਆ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਬੋਰਿਸ ਜੌਨਸਨ ਦੀ ਡੀਲ ਨੂੰ ਸਪੋਰਟ ਕਰਦੇ ਆ। ਸੋ ਇਹੀ ਗੱਲ ਹੈ, ਜੇ ਬੋਰਿਸ ਜੌਨਸਨ ਨੂੰ ਮੈਜੋਰਿਟੀ ਮਿਲ ਗਈ, ਆਪਾਂ ਬ੍ਰੈਗਜ਼ਿਟ ਕਰਾ ਦੋ ਫਿਨਿਸ਼ ਕਰ ਸਕਦੇ, ਉਹਦੀ ਓਪਰਚੁਨਿਟੀਜ਼ ਆਪਾਂ ਗਾਂ ਲੈ ਸਕਦੇ ਆ। ਜਿਹੜੇ ਮਿਨਿਸਟਰ ਰਿਜ਼ਾਈਨ ਕਰਕੇ ਗਏ ਸੀ ਉਹਦੀ ਕੈਬਨਿਟ ਵਿੱਚੋਂ, ਉਹ ਵੀ ਮੁੜ ਕੇ ਇਲੈਕਸ਼ਨ ਲੜ ਰਹੇ ਜਾਂ ਨਹੀਂ? ਕਾਫੀ ਲੜ ਲਿਆ। ਸੋ ਕਈ ਰਿਜ਼ਾਈਨ ਕਰਕੇ ਪਾਰਟੀ ਕੋ ਵੀ ਬਾਹਰ ਚਲ ਗਏ ਸੀ, ਪਰ ਕਈ ਹੁਣ ਵਿੱਚ ਆ ਗਏ ਆ। ਉੱਦਾਂ ਵੀ ਕਈਆਂ ਨੇ ਸਟੈਂਡ ਡਾਊਨ ਹੋਣਾ ਸੀ, ਸੋ ਉੱਥੇ ਨਵੇਂ ਕੈਂਡੀਡੇਟਸ ਆ ਗਏ। ਪਰ ਸਾਡੀ ਪਾਰਟੀ ਹੁਣ ਵੈਰੀ ਯੂਨਾਈਟਿਡ ਹੈ ਇਸ ਗੱਲ ਦੇ ਵਿੱਚ ਕਿ ਆਪਾਂ ਬ੍ਰੈਗਜ਼ਿਟ ਕਰਾਉਣਾ ਹੀ ਕਰਾਉਣਾ। ਮੰਮੀ ਤੁਹਾਡੀ ਪਾਰਟੀ ਦਾ ਹੀ ਆ? ਹਾਂਜੀ। ਅੱਛਾ ਰੰਧਾਵਾ ਸਾਹਿਬ, ਕਿਉਂਕਿ ਤੁਹਾਡੇ ਹਲਕੇ 'ਚੋਂ ਆਪਣੀ ਕੁੜੀ ਖੜੀ ਆ, ਤੇ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਸਿੱਖ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਿ ਇਹਨੂੰ ਵਿਚਾਰੀ ਵੱਧ ਤੋਂ ਵੱਧ ਸਪੋਰਟ ਕਰੀਏ? ਦੇਖੋ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਸੰਗਤ ਇਸ ਵੇਲੇ ਦੇਖ ਵੀ ਰਹੀ ਆ, ਜਾਂ ਯੂਰਪ ਵਿੱਚ, ਜਾਂ ਸਾਨੂੰ ਉਹਦਾ ਜ਼ਿਆਦਾ ਤਾਂ ਵਾਲਸਲ ਏਰੀਏ ਦੇ ਵਾਲਿਆਂ ਨੂੰ ਆ, ਕਿਉਂਕਿ ਜਿੱਥੇ ਕੁੜੀ ਨੂੰ ਇਹਦੀ ਸੀਟ 'ਤੇ ਖੜੀ ਆ, ਉਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਅਪੀਲ ਕਰਦੇ ਆ, ਚਾਹੇ ਹਿੰਦੂ ਕਮਿਊਨਿਟੀ ਆ, ਚਾਹੇ ਮੁਸਲਿਮ ਕਮਿਊਨਿਟੀ ਆ, ਚਾਹੇ ਸਿੱਖ ਕਮਿਊਨਿਟੀ ਆ, ਜਾਂ ਕੁਝ ਗੋਰੇ ਵੀ ਆ, ਉਹ ਲੈਂਗੁਏਜ ਤਾਂ ਸਾਡੀ ਨਹੀਂ ਜਾਣਦੇ, ਪਰ ਇਹ ਜਾ ਕੇ ਸਮਝਾਉਣਗੇ ਉਹਨਾਂ ਨੂੰ ਬਿਲਕੁਲ ਵੋਟਾਂ ਪਾਓ। ਤੇ ਇਸ ਕਰਕੇ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਹੈ। ਕੁੜੀ ਸਾਡੀ ਆਪਣੀ, ਹੁਣ ਤਾਂ ਇਹਨਾਂ ਰਿਲੇਸ਼ਨ ਇੱਦਾਂ ਨਹੀਂ ਵੀ ਕੁੜੀ ਸਾਡੀ ਆ, ਇਹ ਤਾਂ ਆਪਣੀ ਤਾਂ ਰਿਸ਼ਤੇਦਾਰ ਦੋਨਾਂ ਦੀ ਹੈ ਨਾ। ਇਸ ਕਰਕੇ ਵੀ ਅਸੀਂ ਤਾਂ ਸਪੋਰਟ ਕਰਨੀ ਆ। ਇੱਕ ਹੈਗੇ ਸਾਡੇ ਹਲਕੇ 'ਚੋਂ, ਅਸੀਂ ਤਾਂ ਸਾਡੇ ਭਰਾ ਦੀ ਕੁੜੀ ਆ, ਸੋ ਇਸ ਕਰਕੇ ਅਸੀਂ ਲੋਕਾਂ ਨੂੰ ਇਹ ਅਪੀਲ ਕਰ ਸਕਦੇ ਆ ਵੀ ਤੁਸੀਂ ਵੱਧ ਤੋਂ ਵੱਧ ਇਹਨੂੰ ਵੋਟਾਂ ਪਾ ਕੇ ਜ਼ਰੂਰ ਇੱਕ ਵਾਰੀ ਚਾਂਸ ਦੇ ਕੇ ਦੇਖੋ। ਜਦੋਂ ਤੁਸੀਂ ਆਪਣੀ ਕੁੜੀ ਨੂੰ ਚਾਂਸ ਦਿਓਗੇ ਤਾਂ ਵੱਧ ਤੋਂ ਵੱਧ ਤੁਹਾਡੇ ਲਈ ਕੰਮ ਕਰੂਗੀ। ਵੱਧ ਤੋਂ ਵੱਧ ਜੋ ਵੀ ਤੁਹਾਡੀਆਂ ਮੁਸ਼ਕਲਾਂ ਹੋਣਗੀਆਂ, ਇੱਕ ਤਾਂ ਇਹ ਕੁੜੀ ਨੂੰ ਲੈਂਗੁਏਜ ਪੰਜਾਬੀ ਵੀ ਆਉਂਦੀ ਆ, ਇੰਗਲਿਸ਼ ਵੀ ਆਉਂਦੀ ਆ,
ਕੋਈ ਸਿਆਣਾ ਬੰਦਾ ਇਹ ਨਹੀਂ ਵੀ ਮੈਨੂੰ ਇੰਟਰਪ੍ਰੇਟਰ ਚਾਹੀਦਾ, ਮੈਂ ਇਹਨਾਂ ਜਾ ਕੇ ਗੱਲ ਕਰਨੀ ਆ, ਬਿਲਕੁਲ ਜਾ ਕੇ ਵੀ ਗੱਲ ਕਰ ਸਕਦੇ ਇਹਦੇ ਦਫ਼ਤਰ ਦੇ ਵਿੱਚ। ਦੂਜੀ ਗੱਲ ਇਹ ਆ, ਹੁਣ ਤੁਸੀਂ ਕੈਨੇਡਾ 'ਚ ਦੇਖੋ ਕਿੰਨੇ ਬੰਦੇ ਆਪਣੇ 19 ਬੰਦੇ ਆਪਣੇ ਇਸ ਵੇਲੇ ਉਸ ਗੌਰਮੈਂਟ ਦੇ ਵਿੱਚ ਬੈਠੇ ਆ। ਬਿਲਕੁਲ ਜੇ ਤੁਸੀਂ ਉਹਨਾਂ ਲੋਕਾਂ ਨੇ ਚਾਂਸ ਦਿੱਤਾ, ਉਹਨਾਂ ਲੋਕਾਂ ਨੂੰ ਤਾਂ ਇਸ ਕਰਕੇ ਅਸੀਂ ਹੁਣ ਸਿੱਖ ਦੇਖੋ ਕਿੰਨੇ ਬੰਦੇ ਉੱਥੇ ਕੈਨੇਡਾ ਦੇ ਵਿੱਚ ਬਣੇ ਆ। ਇਸ ਕਰਕੇ ਲੋਕਾਂ ਦੀ ਚਾਂਸ ਇਹਨਾਂ ਨੂੰ ਦੇਣਾ ਚਾਹੀਦਾ, ਵੱਧ ਤੋਂ ਵੱਧ ਵੋਟਾਂ ਪਾ ਕੇ ਤੇ ਜਿਤਾਉਣਾ ਵੀ ਚਾਹੀਦਾ ਜਿੰਨਾ ਵੀ ਹੋ ਸਕੂਗਾ। ਅਸੀਂ ਤਾਂ ਆਪਣੇ ਵੱਲੋਂ ਜਿੰਨਾ ਵੀ ਜ਼ੋਰ ਲਾਵਾਂਗੇ, ਅਸੀਂ ਆਪਣੇ ਏਰੀਏ 'ਚੋਂ ਸਪੋਰਟ ਜ਼ਰੂਰ ਕਰਾਂਗੇ। ਪਰ ਇਹ ਆ ਵੀ ਅਸੀਂ ਅਪੀਲ ਵੀ ਕਰਦੇ ਹਾਂ, ਜਿਹੜੇ ਬੰਦੇ ਸਾਡੇ ਯਾਰ ਦੋਸਤ ਆ, ਭਾਈ ਬੰਦੇ ਆ ਜਾਂ ਸਾਡੇ ਰਿਸ਼ਤੇਦਾਰ ਆ, ਉਹ ਵੱਧ ਤੋਂ ਵੱਧ ਇਹਨੂੰ ਵੋਟਾਂ ਪਾਉਣ। ਤੇ ਜਿੰਨੇ ਹੋਰ ਵੀ ਹੈਗੇ ਆ ਉਹ ਵੀ ਗਾਂਹ ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਹਿਣ, ਜਾਂ ਜੇ ਕੋਈ ਬਾਹਰ ਵੀ ਬੰਦਾ ਦੇਖ ਰਿਹਾ, ਜੇ ਇਸ ਵੇਲੇ ਕੋਈ ਕੈਨੇਡਾ 'ਚ ਦੇਖ ਰਿਹਾ, ਉਹਦਾ ਕੋਈ ਬੰਦਾ ਕੋਈ ਰਿਸ਼ਤੇਦਾਰ ਸਾਊਥ ਹਾਲ ਇੱਥੇ ਵਾਲਸਲ ਦੇ ਵਿੱਚ ਰਹਿੰਦਾ, ਉਹਨੂੰ ਕਹਿ ਸਕਦੇ, ਟੈਲੀਫੋਨ ਕਰਕੇ ਕਹਿਣ ਕਿ ਸਾਡੀ ਕੁੜੀ ਖੜੀ ਆ, ਉਹਨੂੰ ਵੋਟਾਂ ਪਾਉਣ। ਵੱਧ ਤੋਂ ਵੱਧ ਕੁੜੀ ਦੀ ਸਪੋਰਟ ਕਰਕੇ ਇਹਨੂੰ ਜਿਤਾਉਣਾ ਚਾਹੀਦਾ। ਇਸ ਕਰਕੇ ਇਹ ਹੁਣ ਪਹਿਲੀ ਵਾਰੀ ਕੁੜੀ ਸਾਡੀ ਇਹ ਸਾਡੇ ਏਰੀਏ 'ਚ ਆਈ ਆ ਤੇ ਪੂਰਾ ਜ਼ੋਰ ਲਾ ਦੇਣਾ ਆਪਾਂ। ਜਿਹੜੀ ਤੇਰੇ ਵਿਰੁੱਧ ਲੇਬਰ ਪਾਰਟੀ ਦੀ ਖੜੀ ਆ, ਉਹ ਜਿਹੜੀ ਕੀਥ ਬਾਜ ਦੀ ਭੈਣ ਉਹੀ ਆ ਜੀ? ਹਾਂਜੀ, ਕੀਥ ਬਾਜ ਦੀ ਭੈਣ ਵੈਲਰੀ ਬਾਜ। ਪਰ ਲੁੱਕ ਅਪ ਮੈਂ ਐਵਰੀ ਡੇ ਹੁਣ ਡੋਰ ਸਟੈਪ ਤੇ ਹੁੰਦੀ ਆ, ਮੈਂ ਸਾਡੀ ਡੋਰਾ ਕਰਦੇ ਪਹੁੰਚਦੇ, ਉਹ ਤਾਂ ਸਾਨੂੰ ਵੀ ਤੇਨਾਂ ਜਾਣਾ ਪੈਣਾ। ਹਾਂਜੀ ਪਲੀਜ਼ ਤੁਸੀਂ ਸਪੋਰਟ ਕਰੋ। ਪਰ ਜਦੋਂ ਆਪਾਂ ਗੱਲ ਕਰਦੇ ਆ, ਉਹ ਕਹਿੰਦੇ ਕਿ ਸਾਨੂੰ ਕਈ ਵਾਰੀ ਜਵਾਬ ਨਹੀਂ ਆਉਂਦਾ, ਸਾਨੂੰ ਸਰਜਰੀ ਲੈਣ ਲਈ ਮਹੀਨੇ ਤੱਕ ਵੇਟ ਕਰਨੀ ਪੈਣੀ ਹੈ। ਆਈ ਥਿੰਕ ਉਹ ਗੱਲਾਂ ਗਲਤ ਹੈ। ਮੈਂ MPs ਦੇ ਨਾਲ ਕੰਮ ਵੀ ਕੀਤਾ ਆ, ਮੈਨੂੰ ਪਤਾ ਕਿ ਸਾਰਾ ਕੁਛ ਆਪਾਂ ਕਰ ਸਕਦੇ, ਤਾਂ ਹੀ ਆਪਾਂ ਟੀਮ ਰੱਖਦੇ ਹਾਂ। ਭਾਵੇਂ ਕਈ ਵਾਰੀ ਤੁਸੀਂ ਆਪ ਨਹੀਂ ਮਿਲ ਸਕਦੇ, ਤੁਹਾਡੀ ਟੀਮ ਤਾਂ ਹੁੰਦੀ ਹੈ। ਉਹ ਮੈਂ ਚਾਹੁੰਦੀ ਹਾਂ ਕਿ ਸਾਡੀ ਵਾਕ ਇਨ ਸਰਜਰੀ ਹੋਵੇ, ਜਿੱਦਾਂ ਸਿਟੀਜ਼ਨ ਐਡਵਾਈਸ ਬਿਊਰੋ, ਐਨੀਬੋਡੀ ਜਦੋਂ ਚਾਹੁੰਦਾ ਕਿ ਆਪਣੀ ਪ੍ਰੋਬਲਮ ਕੋਈ ਐਟ ਦੀ ਐਂਡ ਦੇ ਇਹ ਪਬਲਿਕ ਸੇਵਾ ਆ। ਇਹ ਕੋਈ ਹੈ ਨਹੀਂ ਕਿ ਆਪਾਂ ਬਹੁਤ ਵੱਡੀ ਪੋਜੀਸ਼ਨ ਤੇ ਜਾ ਕੇ ਬਹਿੰਦੇ ਤਾਂ ਆਪਾਂ ਪੀਪਲ ਨੂੰ ਫੋਰਗੇਟ ਕਰਨਾ। ਐਂਡ ਦੇ ਡੇ ਆਪਾਂ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ, ਆਪਾਂ ਉਹਨਾਂ ਦੇ ਨੌਕਰ ਆ। ਸੋ ਸਾਨੂੰ ਪਹਿਲਾਂ ਹੁਣ ਪ੍ਰੈਜ਼ੈਂਟ ਹੋਣਾ ਪੈਣਾ ਤੇ ਉਹਨਾਂ ਦੇ ਪ੍ਰੋਬਲਮਾਂ ਸੁਣਨ ਦਾ ਚਾਂਸ ਦੇਣਾ ਚਾਹੀਦਾ ਸਾਰਿਆਂ ਨੂੰ। ਓਕੇ, ਤੋ ਗ੍ਰੇਵਜੈਂਟ ਤੋਂ 2 ਵਾਰੀ ਕਾਉਂਸਲਰ ਬਣੀ। ਹਾਂਜੀ, ਗ੍ਰੇਵਜੈਂਟ ਵੀ ਆਪਣੇ ਬਹੁਤ ਇੱਕ ਕਮਿਊਨਿਟੀ ਰਹਿੰਦੀ ਹੈ। ਹਾਂਜੀ, ਪੰਜਾਬੀ, ਸਿੱਖ, ਹਿੰਦੂ, ਮੁਸਲਮਾਨ ਸਾਰੇ, ਕਿਉਂਕਿ ਮੁਸਲਮਾਨ ਵੀ ਤਕਰੀਬਨ ਪੰਜਾਬੀ ਬੋਲਦੇ ਹਨ। ਹਾਂਜੀ, ਉੱਥੇ ਕੰਮ ਕਰਨ ਦਾ ਜੋ ਤੇਰਾ ਆਪਣਾ ਤਰੀਕਾ ਸੀਗਾ, ਕਿ ਉਹ ਜਿਹੜਾ ਤਰੀਕਾ ਸੀ, ਕਿਉਂਕਿ ਦਦੀ ਤੈਨੂੰ 2 ਵਾਰੀ ਲੋਕਾਂ ਨੇ ਜਿਤਾਇਆ ਨਾ, 2 ਵਾਰੀ ਉੱਥੋਂ ਵਿਨ ਕੀਤਾ, ਤਾਂ ਉਹ ਤਰੀਕਾ ਜੇ ਤੂੰ ਬੋਸਲ ਲੈ ਕੇ ਆਉਂਗੀ ਇੱਥੋਂ ਜਿੱਤ ਕੇ ਮੁੜ ਕੇ ਵਾਅਦਾ ਤੈਅ ਕੀਤਾ ਕਿ ਮੁੜ ਕੇ ਮੈਂ ਨਹੀਂ ਜਾਊਂਗੀ। ਹਾਂਜੀ, ਸੋ ਇਹ ਲੋਕਾਂ ਨੂੰ ਕਿਹੜੇ ਲੋਕਾਂ ਲਈ ਕੰਮ ਕਰੂੰਗੀ? ਸਿੱਖ ਕਮਿਊਨਿਟੀ ਲਈ ਕਿਹੜੇ ਕਰੂੰਗੀ? ਮੁਸਲਿਮ ਕਮਿਊਨਿਟੀ ਦੀਆਂ ਆਪਣੀਆਂ ਮੰਗਾਂ ਨੇ, ਹਿੰਦੂਆਂ ਦੀਆਂ ਆਪਣੀਆਂ ਮੰਗਾਂ ਤੇ ਗੋਰਿਆਂ ਦੀਆਂ ਆਪਣੀਆਂ ਹੋਣੀਆਂ, ਉਹਨਾਂ ਲਈ ਕਿਹੜੇ ਤਰੀਕੇ ਨਾਲ ਹਾਂਜੀ ਜੁਨਾਈਟ ਕਰੂੰਗੀ ਉਹਨਾਂ ਨੂੰ? ਸੋ ਜਦੋਂ ਮੈਂ 23 ਸਾਲਾਂ ਦੇ ਜਦੋਂ ਇਲੈਕਟ ਹੋਈ ਸੀ, ਮੈਨੂੰ ਉਦੋਂ ਸਟ੍ਰੇਟ ਅਵੇ ਕੈਬਨਿਟ ਤੇ ਵੀ ਪਾਤਾ ਸੀ। ਮੈਂ ਕੈਬਨਿਟ ਪੋਰਟਫੋਲੀਓ ਕਮਿਊਨਿਟੀਜ਼ ਦਾ ਸੀ। ਸੋ ਹੈਗਾ ਸੀ ਸਾਰੇ ਕਮਿਊਨਿਟੀਜ਼ ਦੇਖਣਾ, ਭਾਵੇਂ ਤੁਸੀਂ ਵਾਈਟ ਵਰਕਿੰਗ ਕਲਾਸ, ਹਿੰਦੂ, ਸਿੱਖ, ਮੁਸਲਿਮ, ਐਨੀਬੋਡੀ ਸੀ। ਸੋ ਮੈਂ ਉਦੋਂ ਸਾਰੇ ਕਮਿਊਨਿਟੀਜ਼ ਨਾਲ ਵੈਰੀ ਕਲੋਸਲੀ ਕੰਮ ਕੀਤਾ। ਈਵਨ ਸਾਡੀ ਜਿਹੜੀ ਮੁਸਲਿਮ ਕਮਿਊਨਿਟੀ ਸੀ, ਉਹ 60s ਦੇ ਆਏ ਸੀ ਗ੍ਰੇਵਜ਼ ਦੇ ਵਿੱਚ, ਹਲੇ ਤੱਕ ਕਿਸਨੇ ਉਹਨਾਂ ਦੀ ਈਦ ਨਹੀਂ ਸੈਲੀਬ੍ਰੇਟ ਕੀਤੀ ਸੀ। ਸੋ 2015 ਵਿੱਚ ਪਹਿਲੀ ਵਾਰੀ ਆਪਾਂ ਈਦ ਜਿਹੜੇ ਸਾਡੇ ਕਾਉਂਸਲ ਦੀ ਆਫਿਸ ਦੇ ਬਾਹਰ ਕਰਾਈ ਸੀ। ਆਪਾਂ ਫਿਰ ਵਿਸਾਖੀ ਦਾ ਫੰਕਸ਼ਨ ਵੀ, ਹਿੰਦੂ ਕਮਿਊਨਿਟੀ ਦੀ ਦੀਵਾਲੀ ਵੀ ਸੈਲੀਬ੍ਰੇਟ ਕੀਤੀ। ਸੋ ਆਈ ਥਿੰਕ ਉਹ ਚੀਜ਼ਾਂ ਹੁੰਦੀਆਂ ਜਿਹਨਾਂ ਆਪਾਂ ਯੂਨਾਈਟ ਕਰ ਸਕਦੇ ਹਾਂ ਕਮਿਊਨਿਟੀ ਨੂੰ। ਇਟਸ ਵੈਰੀ ਇੰਪੋਰਟੈਂਟ ਹੈ ਕਿ ਆਪਾਂ ਇਹ ਨਾ ਦੇਖੀਏ ਕਿ ਉਹ ਗੋਰੇ ਆ, ਉਹ ਸਿੱਖ ਆ, ਉਹ ਹਿੰਦੂ, ਮੁਸਲਿਮ, ਸਾਰੇ ਆਪਾਂ ਇੱਕ ਕੰਟਰੀ 'ਚ ਰਹਿੰਦੇ, ਆਪਾਂ ਇੱਕ ਕਮਿਊਨਿਟੀ ਆ। ਸੋ ਮੈਂ ਉਹੀ ਵਾਲਸਲ ਸਾਊਥ ਵਿੱਚ ਉਹੀ ਲੈ ਕੇ ਆਉਂਗੀ ਕਿ ਆਪਾਂ ਯੂਨਾਈਟ ਕਿੱਦਾਂ ਕਰੀਏ, ਕਿ ਆਪਾਂ ਦੇਖੀਏ ਨਾ ਕਿ ਇਸ ਕਮਿਊਨਿਟੀ ਹੈ, ਸਾਰੇ ਕਮਿਊਨਿਟੀ ਦੇ ਉਹਨਾਂ ਦੇ ਕਲਚਰ, ਸਾਰਾ ਰਿਲੀਜਨ ਨੂੰ ਆਪਾਂ ਰਿਸਪੈਕਟ ਕਰੀਏ ਤੇ ਕੋਹੀਜ਼ਨ ਬਣਾਈਏ ਬਿਟਵੀਨ ਐਵਰੀ ਕਮਿਊਨਿਟੀ ਦੇ ਨਾਲ। ਓਕੇ, ਕਿ ਜਿਹੜੀ ਟੋਰੀ ਪਾਰਟੀ ਹੈ, ਵੈਸੇ ਤਾਂ ਲੇਬਰ ਪਾਰਟੀ ਨੇ ਵੀ ਆਪਣੇ ਕਿੰਨੀਆਂ ਪੰਜਾਬੀ ਬੰਦਿਆਂ ਨੂੰ ਸੀਟਾਂ ਦਿੱਤੀਆਂ। ਹਾਂਜੀ, ਲੇਕਿਨ ਟੋਰੀ ਪਾਰਟੀ ਨੇ ਪਿਛਲੀ ਇਲੈਕਸ਼ਨ ਵਿੱਚ ਵੀ ਕਾਫੀ ਯੰਗਸਟਰ ਜਿਹੜੇ ਸੀ, ਚਾਹੇ ਕੁੜੀਆਂ ਚਾਹੇ ਮੁੰਡੇ, ਉਹਨਾਂ ਨੂੰ ਮੋਹਰੇ ਲਿਆਂਦਾ ਸੀ। ਕਿ ਐਤਕੀ ਉਦੋਂ ਜ਼ਿਆਦਾ ਉਹਨਾਂ ਨੇ ਯੰਗਸਟਰ ਮੋਹਰੇ ਲਿਆਂਦੇ ਏਸ਼ੀਅਨ ਜਾਂ ਨਹੀਂ ਹੈਗੇ। ਸੋ ਐਤਕੀ ਕੰਜ਼ਰਵੇਟਿਵ ਪਾਰਟੀ ਵੱਲੋਂ I think from memory I can say ਜਿਹੜੇ ਸਾਡੇ ਬਰਮਿੰਘਮ ਮੈਰੀਡਨ ਦੇ ਵਿੱਚ ਸਾਡਾ ਪਾਕਿਸਤਾਨੀ ਮੁੰਡੇ ਨੂੰ ਉਹ ਸੀਟ ਮਿਲੀ, ਉਹ ਹੈਗੀ ਰਿਟਾਇਰਮੈਂਟ ਕੰਜ਼ਰਵੇਟਿਵ ਸੀਟ ਹੈ, ਸੋ that's very safe। ਐਂਡ ਇੱਕ ਹੋਰ ਹਿੰਦੂ ਕਮਿਊਨਿਟੀ ਤੋਂ ਜਿੱਥੇ ਡੇਵਿਡ ਗੋਕ ਦੀ ਸੀਟ ਸੀ ਹਾਰਟਫੋਰਡਸ਼ਾਇਰ ਦੇ ਵਿੱਚ, ਉੱਥੇ ਸੀਟ ਮਿਲੀ। ਸੋ ਐਂਡ ਸਿੱਖ ਕਮਿਊਨਿਟੀ ਤੋਂ I think at least 5-6 ਕੈਂਡੀਡੇਟਸ ਹੈ ਜਿਹੜੇ ਖੜੇ ਆ। ਸੋ I think ਸਾਡੀ ਕਮਿਊਨਿਟੀ ਨੂੰ ਇਹੀ ਮੈਂ ਕਹੂੰਗੀ ਕਿ ਤੁਸੀਂ ਮੋੜੇ ਆਓ, ਤੁਸੀਂ ਆਪਣੇ ਲੋਕਲ ਕਮਿਊਨਿਟੀ ਕਾਉਂਸਲਰਸ ਦੇ ਵਿੱਚ ਪਹਿਲਾਂ ਬਣੋ, ਜਾ ਕੇ ਐਕਸਪੀਰੀਅੰਸ ਲਓ, ਐਂਡ ਫਿਰ ਤੁਸੀਂ ਜਾ ਕੇ ਪੋਲਿਟਿਕਸ ਦੇ ਵਿੱਚ ਗਾਂਹ ਵਧੋ, ਬਿਕਾਜ਼ ਜਿੰਨੇ ਸਾਡੀ ਕਮਿਊਨਿਟੀ ਤੋਂ ਹੋ ਸਕਦੇ ਉਹਨਾਂ ਸਾਡੇ ਲਈ ਬੈਟਰ ਹੋਊਗਾ। ਇਹ ਸਾਰਾ ਕੁਛ ਤੇ ਲੇਬਰ ਪਾਰਟੀ ਦਾ ਕੈਂਡੀਡੇਟ ਵੀ ਹੁਣ ਤੇ ਕਰਦਾ ਹੀ ਹੋਣਾ। ਹਾਂਜੀ, ਤਦ ਉਹ ਜਿੱਤੀ ਜਾਂਦੀ ਬੁੜੀ ਨਾ,
ਉਹ ਤੋਂ ਲੇਬਰ ਪਾਰਟੀ ਦੇ ਕੈਂਡੀਡੇਟ ਤੋਂ ਡਿਫਰੈਂਟ ਕੀ ਕਰ ਸਕਦੀ ਸਾਰੀ ਕਮਿਊਨਿਟੀ ਲਈ? I think main thing ਇਹ ਹੈ ਕਿ ਜੋ ਕਮਿਊਨਿਟੀ ਨੇ ਸਾਨੂੰ ਕਿਹਾ ਕਰਨ ਲਈ ਪੂਰਾ ਕਰਨ ਲਈ ਪਹਿਲਾਂ ਆਪਾਂ ਉਹ ਨਿਭਾਈਏ। ਉਹਨਾਂ ਨੇ ਕਿਹਾ ਸੀ ਕਿ ਆਪਾਂ Brexit 68% ਵਾਲਸੋ ਦੇ ਵਿੱਚ ਵੋਟਾਂ ਪਈਆਂ ਸੀ ਲੀਵ ਹੋਣ ਲਈ। That's higher than the national average ਦਾ 52% ਸੀ। So I think ਪਹਿਲਾਂ ਆਪਾਂ ਉਹ ਵਾਅਦਾ ਜਿਹੜਾ ਆਪਾਂ ਕੀਤਾ, ਗਵਰਨਮੈਂਟ ਨੇ ਕੀਤਾ, ਰੈਫਰੈਂਡਮ ਨੇ ਸਾਨੂੰ ਕਿਹਾ ਸੀ, ਉਹ ਨਿਭਾਈ, ਫਿਰ ਹੀ ਆਪਾਂ ਪੀਪਲ ਦੀ ਪ੍ਰੋਬਲਮ ਸੋਲਵ ਕਰ ਸਕਦੇ ਆ। ਹੁਣ ਕ੍ਰਾਈਮ ਦਾ ਸਾਨੂੰ ਪਤਾ ਹੀ ਹੈ ਆਊਟ ਆਫ ਕੰਟਰੋਲ ਹੈ ਕਈ ਏਰੀਆਜ਼ ਦੇ ਵਿੱਚ। ਉਹੀ 20,000 ਐਕਸਟਰਾ ਪੁਲਿਸ ਆਫਿਸਰਸ ਹੋ ਗਏ। ਅੱਜ ਸਾਡਾ ਹੈਲਥ ਮਿਨਿਸਟਰ ਮੇਰੇ ਨਾਲ ਹਸਪੀਟਲ ਗਿਆ ਸੀ, ਵਾਲਸਨ ਮੈਨਰ ਹਸਪੀਟਲ, ਆਪਾਂ ਉੱਥੇ ਮਿਲਣ ਗਏ ਸੀ ਕਮਿਊਨਿਟੀ। 36 ਮਿਲੀਅਨ ਪਾਉਂਡ ਆਪਾਂ A&E ਨਵੀਂ ਬਣਾਉਣੀ ਆ ਉੱਥੇ। ਦੈਟਸ ਵੈਰੀ ਵੈਰੀ ਗੁੱਡ। ਉਹੀ ਸਾਡੀ ਕਮਿਊਨਿਟੀ ਲਈ ਹੋਊਗਾ। ਮੈਂ ਅੱਜ ਗਈ ਸੀ, ਉਹ A&E ਹਲੇ ਵੈਰੀ ਸਮੋਲ ਆ, 30,000 ਪੀਪਲ ਲਈ ਓਰੀਜਨਲੀ ਬਣਿਆ ਸੀ, ਹੁਣ ਤੱਕ ਕਮਿਊਨਿਟੀ 70,000 ਆ। ਸੋ ਉਹੀ ਵੱਡੀ ਕਰੋਨੀ ਪੈਣੀ ਆ ਐਂਡ ਉਹੀ ਫੰਡਿੰਗ ਕੰਜ਼ਰਵੇਟਿਵ ਪਾਰਟੀ ਵੱਲੋਂ ਮਿਲੀ ਆ। ਗੱਲ ਕੀਤੀ ਆ NHS ਦੀ, ਹਾਂਜੀ, ਉਹਦੇ ਲਈ ਕੰਜ਼ਰਵੇਟਿਵ ਪਾਰਟੀ ਕਿੰਨਾ ਫੰਡ ਦੇ ਰਹੀ ਟੋਟਲ ਇੰਗਲੈਂਡ ਲਈ, ਕਿੰਨਾ ਫੰਡ ਦੇ ਰਹੀ? I think figure ਹੈਗਾ ਬਿਲੀਅਨ ਪਾਉਂਡ ਤੋਂ ਵੱਧ ਹੈ figure I think this time round। and main thing ਇਹ ਹੈ ਕਿ ਜਿੱਥੇ ਸਾਡੇ ਹਸਪੀਟਲ ਹੈਗੇ, ਜਿੱਥੇ ਇੰਪਰੂਵਮੈਂਟ ਚਾਹੀਦੀ ਹੈ, ਉਹਨਾਂ ਨੇ ਉਸ ਹਸਪੀਟਲਾਂ ਦੇ ਦਿੱਤੇ। I think ਬਰਮਿੰਗਮ 'ਚ ਵੀ ਕਾਫੀ ਹਸਪੀਟਲ ਹੈ ਜਿੱਥੇ ਉਹਨਾਂ ਨੇ ਐਕਸਟਰਾ ਫੰਡਿੰਗ ਦਿੱਤੀ ਹੈ ਐਂਡ ਸਪੈਸ਼ਲੀ ਵਾਲਸੋ ਦੇ ਵਿੱਚ 36 ਮਿਲੀਅਨ ਪਾਉਂਡ is a lot of money। but ਉਹ ਇੰਪਰੂਵਮੈਂਟ ਆਉਗੇ। ਨਵਾਂ ਨਿਓਨੇਟਲ ਯੂਨਿਟ ਉੱਥੇ ਅੱਜ ਮੈਂ ਦੇਖਾਂਗੀ ਉਹ ਵੀ ਖੁੱਲ੍ਹਿਆ। ਸੋ ਉਹ ਇੰਪਰੂਵਮੈਂਟਸ ਆਪਾਂ ਦਿੰਦੇ ਆ ਕਮਿਊਨਿਟੀ ਨੂੰ। ਸਾਡਾ ਕਾਰਤਿਕ ਪੁੱਛਦਾ ਜਿਹੜਾ ਪਿੱਛੇ ਕੈਮਰੇ ਤੇ ਨਾ, ਹਾਂਜੀ, ਉਹ ਪੁੱਛਦਾ ਵੀ ਤੇਰੀਆਂ 3 ਜਾਂ 5 ਪ੍ਰਾਇੋਰਟੀਜ਼ ਕੀ ਆ ਲੋਕਾਂ ਦੇ ਲਈ ਮੇਨ? ਹਾਂਜੀ, ਉਹ ਕਿਹੜੀਆਂ? ਸੋ ਆਈ ਥਿੰਕ ਪਹਿਲੀ ਗੱਲ ਜਿਹੜੀ ਮੈਂ ਗੱਲ ਕੀਤੀ ਹੈ ਸਰਜਰੀਜ਼ ਦੀ, ਮੈਂ ਮੰਥਲੀ ਸਰਜਰੀ ਕਰਨਾ ਚਾਹੁੰਦੀ ਆ। ਉਹ ਵੀ ਹਰੇਕ ਕਮਿਊਨਿਟੀ ਦੇ ਵਿੱਚ ਰਿਵੋਲਵਿੰਗ। ਸੋ ਮੈਂ ਚਾਹੁੰਦੀ ਕਿ ਸਾਡੇ ਗੁਰਦੁਆਰੇ ਦੇ ਵਿੱਚ, ਸਾਡੇ ਵਾਲਸਰਸ ਦਾ 4-5 ਗੁਰਦੁਆਰੇ ਹੈਗੇ, ਸੋ ਰੋਟੇਟਿੰਗ ਸਰਜਰੀ ਮੈਂ ਗੁਰਦੁਆਰੇ ਦੇ ਵਿੱਚ, ਮੋਸਕ ਦੇ ਵਿੱਚ, ਸਾਡੇ ਕਮਿਊਨਿਟੀ ਸੈਂਟਰਸ ਦੇ ਵਿੱਚ, ਮੰਦਿਰਾਂ ਦੇ ਵਿੱਚ ਮੈਂ ਕਰਾਂ, ਬਿਕਾਜ਼ ਕਮਿਊਨਿਟੀ ਨੂੰ ਐਕਸੈਸ ਹੋਊਗਾ ਮੇਰੇ ਲਈ। ਫਿਰ ਮੈਂ ਜਿਹੜੀ ਸਾਡੀ NHS ਤੋਂ ਫੰਡਿੰਗ, ਮੈਂ ਜਿਹੜੀ ਸਾਡੀ ਗਵਰਨਮੈਂਟ ਦੇ ਨਾਲ, ਮਿਨਿਸਟਰਸ ਦੇ ਨਾਲ ਕਲੋਸਲੀ ਕੰਮ ਕਰਕੇ ਐਕਸਟਰਾ ਫੰਡਿੰਗ ਮੰਗੂੰਗੀ। ਪੁਲਿਸ ਆਫਿਸਰਸ ਵੀ ਮੈਂ ਚਾਹੁੰਦੀ ਵੱਧ ਤੋਂ ਵੱਧ ਪੁਲਿਸ ਆਫਿਸਰ ਸਾਡੇ ਰੋਡਾਂ ਤੇ ਹੋਵੇ, ਸਾਡੀ ਕਮਿਊਨਿਟੀ ਸੇਫ ਫੀਲ ਕਰੇ ਘਰਾਂ ਦੇ ਵਿੱਚ। ਸਾਨੂੰ ਪਤਾ ਗੋਲਡ ਥੈਫਟ ਵੀ, ਸਾਡੇ ਸੋਨਾ ਥੈਫਟ ਏਜਿੰਗ ਕਮਿਊਨਿਟੀਜ਼ ਨੂੰ ਬਹੁਤ ਟਾਰਗੇਟ ਹੁੰਦਾ ਆ। ਜਿੰਨੇ ਪੁਲਿਸ ਆਫਿਸਰ ਵੱਧ ਹੋ ਗਏ ਉਨੀ ਕਮਿਊਨਿਟੀ ਲਈ ਸੇਫ ਫੀਲ ਹੋ ਸਕਦੀ ਆ। ਸੋ ਦੈਟਸ ਵਨ ਆਫ them। ਕਾਰਤਿਕ ਦਾ ਇੱਕ ਹੋਰ ਸਵਾਲ ਆ, ਕਿਹੜਾ ਤੇਰਾ ਆਪੋਜੀਸ਼ਨ ਕੈਂਡੀਡੇਟ ਹੈ ਲੇਬਰ ਪਾਰਟੀ ਦਾ, ਉਹਦੇ ਨਾਲ ਡਿਬੇਟ ਕਰਨ ਨੂੰ ਕੋਈ ਅਰੇਂਜ ਕੀਤਾ ਜਾਂ ਨਹੀਂ? ਓਪਨ ਡਿਬੇਟ? Yes, no, of course. Look, ਸਾਡੇ ਤਾਂ ਕੰਜ਼ਰਵੇਟਿਵ ਪਾਰਟੀ ਵੱਲੋਂ ਸਾਡੇ ਤਾਂ ਆਈਡੀਆਜ਼ ਵੈਰੀ ਵੈਰੀ ਕਲੀਅਰ ਆ। ਸਾਡੀ ਪਾਲਿਸੀ ਹੈਗੀ ਆਪਾਂ Brexit ਕਰਾਉਣੀ ਆ, ਫਿਰ ਆਪਾਂ ਜਿਹੜੀ ਸਾਡੀ ਡੋਮੈਸਟਿਕ ਪ੍ਰਾਇੋਰਟੀਜ਼ ਹੈ, NHS, ਐਜੂਕੇਸ਼ਨ, ਕ੍ਰਾਈਮ, ਉਹਨੂੰ ਦੇਖ ਸਕਦੇ ਆ। ਸੋ ਵੈਰੀ ਮਚ ਵੈਲਕਮ ਕਰੂੰਗੀ ਜੇ ਵੈਲਰੀ ਵਾਜ਼ ਆ ਕੇ ਗੱਲ ਕਰੂਗੀ, ਬਿਕਾਜ਼ ਲੇਬਰ ਪਾਰਟੀ ਦੇ ਆਪਣਾ ਉਹਨਾਂ ਦੀ ਪਾਲਿਸੀ Brexit ਤੇ ਕਲੀਅਰ ਨਹੀਂ। ਉਹ ਚਾਹੁੰਦੇ ਕਿ ਆਪਾਂ ਨਵੀਂ ਡੀਲ ਲੈ ਕੇ 6 ਮਹੀਨਿਆਂ ਬਾਅਦ ਰੈਫਰੈਂਡਮ ਫੇਰ ਕਰਾਈਏ। ਆਈ ਥਿੰਕ ਕੰਟਰੀ ਚਾਹੁੰਦੀ ਆਪਾਂ ਹੁਣ ਵਧੀਏ ਗਾਂ ਨੂੰ, ਪਿੱਛੇ ਨੂੰ ਨਾ ਮੁੜ ਕੇ ਦੇਖੀਏ। ਰੰਧਾਵਾ ਸਾਹਿਬ, ਕਿਉਂਕਿ ਆਪਣਾ ਸਮਾਂ ਆਪਣੀ ਰਫ਼ਤਾਰ ਨਾਲ ਚੱਲਿਆ ਜਾਣਾ ਨਾ, ਸਮਾਂ ਮੁੱਕ ਗਿਆ, ਮੁੜ ਕੇ ਗੁੱਸਾ ਨਾ ਕਰਿਓ। ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਕਿਹੜੀ ਪਾਰਟੀ ਚੰਗੀ ਆ, ਕਿਹੜੀ ਪਾਰਟੀ ਮਾੜੀ? ਚਲੋ ਇਹ ਕੁੜੀ ਤਾਂ ਹੈਗੀ, ਆਪਾਂ ਤੇ ਇਹ ਲਈ ਅਪੀਲ ਕਰਦੇ ਲੋਕਾਂ ਨੂੰ ਵੋਟਾਂ ਪਾਉਣ ਨੂੰ, ਤੁਹਾਡੇ ਆਪਣੇ ਮਨ ਨਾਲ। ਦੇਖੋ ਜੀ, ਗੱਲ ਇੱਦਾਂ ਵੀ ਪਹਿਲਾਂ ਤਾਂ ਆਪਣੀ ਕਮਿਊਨਿਟੀ ਜਿਹੜੀ ਨਾ ਉਹ ਲੇਬਰ ਪਾਰਟੀ ਨੇ ਜ਼ਿਆਦਾ ਰਹੀ ਆ। ਬਿਲਕੁਲ। ਪਰ ਹੁਣ ਜਿੱਦਾਂ ਚੇਂਜਿੰਗ ਬਹੁਤ ਆ ਰਹੀ ਆ ਡੇ ਬਾਈ ਡੇ, ਜਿੱਦਾਂ ਹੁਣ ਗਾਂ ਕਿੰਨੇ ਗਾਂ ਨਿਆਣੇ ਜਿਹੜੇ ਇਸ ਵੇਲੇ ਟਿਕਟਾਂ ਜਿਹਨਾਂ ਨੂੰ ਮਿਲੀਆਂ MP ਲਈ ਜਾਂ ਹੋਰ ਸੀਟਾਂ ਲਈ, ਜਾਂ ਜਿੱਦਾਂ ਕਾਉਂਸਲਰ ਬਣੇ ਆ, ਕਾਫੀ ਨਿਆਣੇ ਹੁਣ ਇਹਨਾਂ ਪਾਰਟੀਆਂ 'ਚ ਵੀ ਆਏ ਆ। ਪਹਿਲਾਂ ਟੋਰੀ ਪਾਰਟੀ ਨੂੰ ਹੋਰ ਤਰ੍ਹਾਂ ਸਮਝਦੇ ਹੁੰਦੇ ਸੀ ਲੇਬਰ, ਕਿਉਂਕਿ ਆਪਣੇ ਬਜ਼ੁਰਗ ਸਾਰੇ ਲੇਬਰ ਕਰਦੇ ਸੀ, ਉਹ ਲੇਬਰ ਨੂੰ ਜ਼ਿਆਦਾ ਪਿਆਰ ਕਰਦੇ ਸੀ। ਪਰ ਹੁਣ ਨਿਆਣੇ ਗਾਂ ਪੜ੍ਹੇ ਲਿਖੇ ਆਏ ਆ, ਗਾਂ ਬੜੀਆਂ ਜੋਬਾਂ 'ਤੇ ਗਏ ਆ, ਉਹਨਾਂ ਨੂੰ ਪਤਾ ਵੀ ਟੋਰੀ ਪਾਰਟੀ ਵੀ ਬਹੁਤ ਵਧੀਆ ਆ। ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਹੈ ਮੇਰੇ ਹਿਸਾਬ ਨਾਲ। ਤਾਂ ਫਿਰ ਟੋਰੀ ਵਧੀਆ, ਜਦ ਹੁਣ ਕੁੜੀ ਸਾਡੀ ਉੱਧਰੋਂ ਖੜੀ ਆ ਤਾਂ ਅਸੀਂ ਤਾਂ ਇਹਦੀ ਹੈਲਪ ਕਰਾਂਗੇ ਜੀ। ਚਲੋ ਵੈਸੇ ਚਲੋ ਤੇਰਾ ਕਰਕੇ ਤੇਰਾ ਡੈਡੀ ਵੀ ਚਲੋ ਗਰੇਵਜਨ ਗੁਰਦੁਆਰੇ ਦਾ ਪ੍ਰਧਾਨ ਬਾਅਦ ਚ ਬਣਿਆ, ਲੇਕਿਨ ਉਦੋਂ ਪਹਿਲਾਂ ਉਹ ਟੋਰੀ ਪਾਰਟੀ ਨੂੰ ਬਿਲੋਂਗ ਸੀ, ਜਿਹਦਾ ਤੈਂ ਵੀ ਦੱਸਿਆ ਕਿ ਉਹ MPs ਦੇ ਨਾਲ ਉਹਦੀਆਂ ਵੋਟਾਂ ਕਹਿਣ ਨੂੰ ਜਾਂਦਾ ਸੀ। ਐਂਡ ਪਰ ਜੇ ਆਪਾਂ ਗੱਲ ਕਰੀਏ ਇੰਗਲੈਂਡ, ਪੂਰੇ ਇੰਗਲੈਂਡ ਦੇ ਵਿੱਚ, ਚਾਹੇ ਉਹ ਲੇਬਰ ਪਾਰਟੀ ਹੋ ਗਈ, ਚਾਹੇ ਲਿਬਰਲ ਡੈਮੋਕ੍ਰੇਟ ਹੋ ਗਈ, ਚਾਹੇ ਕੰਜ਼ਰਵੇਟਿਵ ਪਾਰਟੀ ਹੋ ਗਈ, ਉਹਦੇ ਵਿੱਚ ਜਿਹੜੀ ਏਸ਼ੀਅਨ ਕਮਿਊਨਿਟੀ, ਖਾਸ ਕਰ ਪੰਜਾਬੀ, ਬਹੁਤ ਘੱਟ ਆ। ਇਹਦਾ ਕੀ ਕਾਰਨ ਹੈ? ਉਹ ਕੀ ਆਪਣੇ ਜਿਹੜੇ ਯੰਗਸਟਰ ਆ ਉਹ ਜੁੜਦੇ ਨਹੀਂ ਤੁਹਾਡੇ ਨਾਲ, ਜਾਂ ਪਾਰਟੀ ਜੋੜਦੀ ਨਹੀਂ?
नहीं I think ਜਿਹੜੀ ਮੈਂ ਆਪਣੀ ਪਾਰਟੀ ਦੀ ਗੱਲ ਕਰ ਸਕਦਾ can't Yeah. talk for other parties but ਆਪਾਂ very big effort ਬਣਾਈ ਹੈ ਕਿ ਆਪਾਂ ਸਾਰੇ backgrounds ਤੋਂ not only ਪੰਜਾਬੀ background Yeah. ਤੋਂ ਸਾਰੇ backgrounds ਦੇ ਵਿੱਚੋਂ encourage ਕਰੀਏ politics ਦੇ ਵਿੱਚ ਆਉਣ ਲਈ so ਮੈਂ ਇਹੀ ਕਹੂੰਗੀ ਕਿ ਜਿੰਨੇ ਵੀ ਸਾਡੇ ਜ਼ਿਆਦਾ ਪੰਜਾਬੀ ਆ ਸਕਦੇ ਆ ਮੋਰੇ Yeah. better ਹੋਗਾ and I think ਮੈਂ grassroots politics ਤੋਂ ਸ਼ੁਰੂ ਹੋਈ ਸੀ ਕਿ very bottom ਤੇ ਪਹਿਲਾਂ ਜਾ ਕੇ campaigning ਕਰਨੀ local party ਲਈ Yeah. ਮੈਂ ਕੰਮ ਵੀ ਕੀਤਾ ਕਾਫੀ MPs ਦੇ ਨਾਲ so I think interest ਦੀ ਗੱਲ ਹੁੰਦੀ ਹੈ and ਇਹ ਵੀ ਨਹੀਂ ਗੱਲ ਕਿ ਤੁਸੀਂ ਸ਼ੁਰੂ ਤੋਂ politics ਦੇ ਵਿੱਚ ਹੋ ਤੁਸੀਂ you could be doctor nurse Yeah. ਹੋ ਸਕਦੇ lawyer ਹੋ ਸਕਦੇ ਕਿ ਤੁਹਾਨੂੰ ਹੋ ਸਕਦਾ ਮੈਂ ਆਪਣੀ community ਨੂੰ improvement ਬਣਾਉਣੀ ਆ so ਕਈ ਵਾਰੀ ਲੋਕੀ ਸੋਚੇ council full time job ਹੈ it's not a full time job ਕਿ ਤੁਸੀਂ ਆਪਣੀ job ਵੀ ਕਰ ਸਕਦੇ ਨਾਲ and ਤੁਸੀਂ because most of the meetings evenings ਵਿੱਚ ਹੁੰਦੀਆਂ so ਤੁਸੀਂ give back ਸੇਵਾ ਹੀ ਹੁੰਦੀ ਹੈ ਤੁਸੀਂ give back ਕਰ ਸਕਦੇ ਆਪਣੀ community ਨੂੰ so ਮੈਂ ਉਹੀ ਕਹੂੰਗੀ ਕਿ ਕੋਈ put off ਨਾ ਹੋਵੇ ਕਿ ਕਿ maybe ਮੇਰਾ time take up ਹੋ ਜਾਊਗਾ ਮੈਂ ਇਹ ਹੈ ਕਿ ਤੁਸੀਂ ਆਪਣੀ community ਨੂੰ help ਕਰ ਸਕਦੇ ਹੈਗਾ ਕਿਉਂਕਿ ਚਲੋ ਇਦੋਂ ਪਹਿਲਾਂ ਕਿ ਆਪਾਂ ਨਾ ਕੋਈ ਗੁੱਸਾ ਕਰ ਲੈ ਸਾਨੂੰ ਤੁਸੀਂ ਵੇਖ ਰਹੇ ਹੋ ਇੰਗਲੈਂਡ ਦੀ ਧਰਤੀ ਤੇ ਅਗਰ ਕੋਈ ਵੀ ਕੈਂਡੀਡੇਟ ਕਿਸੇ ਵੀ ਪਾਰਟੀ ਵੱਲੋਂ ਖੜਾ ਹੋਵੇ ਚਾਹੇ ਉਹ ਆਜ਼ਾਦ ਹੀ ਖੜਾ ਹੋਵੇ ਇੰਡੀਪੈਂਡੈਂਟ ਹੀ ਖੜਾ ਹੋਵੇ ਤੁਸੀਂ ਅਗਰ ਇੱਥੇ ਆਣ ਕੇ ਆਪਣੇ ਵਿਊ ਦੇਣਾ ਚਾਹੁੰਦੇ ਆ ਆਪਣੇ ਇੰਟਰਵਿਊ ਦੇਣਾ ਚਾਹੁੰਦੇ ਆ ਆਪਣੇ ਹਲਕੇ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਦੱਸਣਾ ਚਾਹੁੰਦੇ ਕਿ ਤੁਹਾਨੂੰ ਵੋਟਾਂ ਕਿਉਂ ਪਾਈਆਂ ਜਾਣ ਤੁਸੀਂ ਕਿਉਂ ਖੜੇ ਤੁਹਾਨੂੰ ਪਾਰਟੀ ਨੇ ਕਿਉਂ ਟਿਕਟ ਦੇ ਕੇ ਨਵਾਜਿਆ ਤੇ ਖੜੇ ਕੀਤਾ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਬਿਨਾਂ ਝਿਜਕ ਅਸੀਂ ਤੁਹਾਡੀ ਇੰਟਰਵਿਊ ਕਰਾਂਗੇ ਤੁਹਾਡੀ ਇੰਟਰਵਿਊ ਕਰਕੇ ਲੋਕਾਂ ਤੱਕ ਰੂਬਰੂ ਤੁਹਾਨੂੰ ਕਰਾਵਾਂਗੇ ਤੁਸੀਂ ਆਪਣੇ ਹਲਕੇ ਦੇ ਲੋਕਾਂ ਨੂੰ ਵੀ ਦੱਸ ਸਕਦੇ ਹੋ ਕਿ ਤੁਸੀਂ ਉਹਨਾਂ ਲਈ ਕੀ ਕਰ ਸਕਦੇ ਅਸੀਂ ਇਹ ਨਹੀਂ ਕਿ ਅੱਜ ਕੱਲੀ ਗੁਰਜੀਤ ਨੇ ਸਾਡੇ ਤੱਕ ਅਪਰੋਚ ਕੀਤੀ ਤੇ ਅਸੀਂ ਇਹਨੂੰ ਇੱਥੇ ਲੈ ਕੇ ਆ ਗਏ ਕੱਲ ਨੂੰ ਤੁਹਾਡੇ ਚੋਂ ਕੋਈ ਵੀ ਕਿਤੇ ਵੀ ਇੰਗਲੈਂਡ ਦੇ ਕਿਸੇ ਕੋਨੇ ਤੋਂ ਵੀ ਖੜਾ ਹੋਵੇ ਅਸੀਂ ਤੁਹਾਡੇ ਨਾਲ ਵਚਨਬੱਧ ਹਾਂ ਕਿ ਉਹਨੂੰ ਵੀ ਇੱਥੇ ਲਿਆ ਕੇ ਜ਼ਰੂਰ ਤੁਹਾਡੇ ਰੂਬਰੂ ਕਰਾਵਾਂਗੇ ਓਪਨ ਪਲੇਟਫਾਰਮ ਤੇ ਅਗਰ ਤੁਸੀਂ 5 7 10 15 ਵੀ ਕੈਂਡੀਡੇਟ ਆਉਣਾ ਚਾਹੁੰਦੇ ਹੋਵੋ ਤੇ ਅਸੀਂ ਆਪਣੇ ਸਟੂਡੀਓ ਵਿੱਚ ਲਿਆ ਕੇ ਤੁਹਾਨੂੰ ਸਾਰਿਆਂ ਨੂੰ ਜਿੰਨਾ ਵੀ ਸਮਾਂ ਅਸੀਂ ਵੱਧ ਤੋਂ ਵੱਧ ਦੇ ਕੇ ਤੁਹਾਡੀ ਇੰਟਰਵਿਊ ਕਰ ਸਕੀਏ ਡਿਬੇਟ ਕਰ ਸਕੀਏ ਕਰਨ ਦੀ ਕੋਸ਼ਿਸ਼ ਕਰਾਂਗੇ ਗੁਰਜੀਤ ਜੇ ਗੱਲ ਕੀਤੀ ਜਾਵੇ ਜਦੋਂ ਹੁਣ ਤੈਂ ਦੱਸਿਆ ਹਾਂਜੀ ਕੁਝ ਫੈਮਲੀਆਂ ਹੁੰਦੀਆਂ ਜਿਨ੍ਹਾਂ ਨੂੰ ਪਹਿਲਾਂ ਲਾਈਕ ਤੁਹਾਡਾ ਡੈਡੀ ਸੀਗਾ ਸਿੰਦੀਪਾ ਹੈ ਹਾਂਜੀ ਉਹ ਕਈ ਹੁੰਦੇ ਜਿਹੜੇ ਪਹਿਲਾਂ ਇਹਦੇ ਵਿੱਚ ਨਹੀਂ ਹੁੰਦੇ ਲੇਕਿਨ ਉਹ ਆਉਣਾ ਚਾਹੁੰਦੇ ਹੁੰਦੇ ਉਹਨਾਂ ਲਈ ਹਾਰਡ ਹੁੰਦਾ ਕਿ ਉਹਨਾਂ ਨੂੰ ਕਾਉਂਸਲਰ ਦੀ ਟਿਕਟ ਨਹੀਂ ਮਿਲਦੀ ਵੈਸੇ ਮੈਂ 2 ਵਾਰੀ ਲੜ ਹਟਿਆ ਇਲੈਕਸ਼ਨ ਲੇਕਿਨ ਕਈਆਂ ਨੂੰ ਹੁੰਦਾ ਕਿ ਉਹ ਨਹੀਂ ਮਿਲਦੀ ਕਈਆਂ ਦੀ ਆਪਣੀ ਬਾਖਵੀਤ ਨਹੀਂ ਹੁੰਦੀ ਲਾਈਕ ਫਰੈਂਡਸ਼ਿਪ ਨਹੀਂ ਹੁੰਦੀ ਜਾਂ ਉਹਨਾਂ ਦੀ ਕੋਈ ਉਹ ਜਿਹੜੇ ਬੱਚੀਆਂ ਉਹ ਕਿੱਦਾਂ ਕਰਨ ਪਾਰਟੀ ਵਿੱਚ ਆਉਣ ਦੇ ਲਈ ਇੱਥੋਂ ਤੱਕ ਪਹੁੰਚਣ ਲਈ Yes, I think main thing ਹੈ ਜਿਹੜੀ ਤੁਹਾਡੀ ਲੋਕਲ ਪਾਰਟੀ ਭਾਵੇਂ ਤੁਸੀਂ ਜਿਹੜੀ ਮਰਜ਼ੀ ਪਾਰਟੀ ਨੂੰ ਜੁਆਇਨ ਕਰਨਾ ਚਾਹੁੰਦੇ ਲੇਬਰ ਕੰਸਰਵੇਟਿਵ ਯੂ ਜਿਹੜੀ ਮਰਜ਼ੀ ਤੁਸੀਂ ਉਹਨਾਂ ਨੂੰ ਅਪਰੋਚ ਕਰੋ ਤੇ ਪੁੱਛੋ ਮੈਂ ਪਹਿਲਾਂ ਸਟਾਰਟ ਇਦਾਂ ਨਹੀਂ ਕਿਹਾ ਸੀ ਕਿ ਮੈਂ ਜਾ ਕੇ ਕਾਉਂਸਲਰ ਬਣਨਾ ਮੈਂ ਕਿਹਾ ਸੀ ਤੁਹਾਡੀ ਹੈਲਪ ਕਰ ਸਕਦੀ ਭਾਵੇਂ ਸੋਸ਼ਲ ਮੀਡੀਆ ਦੇ ਵਿੱਚ ਹੈਲਪ ਕਰਨੀ ਕੋਈ ਵੀ ਚੀਜ਼ ਦੇ ਵਿੱਚ ਤੇ ਤੁਸੀਂ ਪਹਿਲਾਂ ਅਪਰੋਚ ਕਰੋ ਪਾਰਟੀ ਨੂੰ ਤੇ ਉਹ ਆਈ ਥਿੰਕ ਉੱਥੋਂ ਸਟਾਰਟ ਹੁੰਦਾ ਹੈ ਤੁਹਾਡੀ ਜਰਨੀ ਵਿੱਚ ਹੈ ਨਾ ਫਿਰ ਤੁਸੀਂ ਕਹਿ ਸਕਦੇ ਕਿ ਲੋਕ ਮੇਰਾ ਮੈਂ ਇਸ ਗੱਲ ਦੇ ਵਿੱਚ ਐਕਟਿਵ ਹੈ ਮੈਂ ਇਹ ਕੀਤਾ ਕੋਈ ਪਟੀਸ਼ਨ ਸਟਾਰਟ ਕਰੋ ਜੇ ਕੋਈ ਆਈ ਡੋਨਟ ਨੋ ਕੋਈ ਸਪੀਡਿੰਗ ਜਾਂ ਕੁਛ ਤੁਹਾਡੀ ਲੋਕਲ ਕਮਿਊਨਿਟੀ ਦਾ ਕੋਈ ਮੁੱਦਾ ਤੁਸੀਂ ਹੈਲਪ ਕਰੋ ਕੋਈ ਕਮਿਊਨਿਟੀ ਸੈਂਟਰ ਕਲੋਜ਼ ਹੋਣ ਲੱਗਾ ਉਹ ਕਰੋ ਤੁਸੀਂ ਆਪਣੀ ਪਾਰਟੀ ਨੂੰ ਦਿਖਾ ਲਓ ਲੋਕ ਮੈਂ ਆਪਣੇ ਮੈਰਿਟ ਤੇ ਮੈਂ ਖਾਣਾ ਚਾਹੁੰਦੀ ਹਾਂ ਮੈਨੂੰ ਖੜੇ ਹੋਣ ਦਿਓ ਸੋ ਆਈ ਥਿੰਕ ਫੇਰ ਨਹੀਂ ਆਈ ਡੋਨਟ ਥਿੰਕ ਕੰਸਰਵੇਟਿਵ ਪਾਰਟੀ ਨੇ ਕਦੇ ਇਹ ਕਿ ਤੁਹਾਨੂੰ ਕੋਈ ਫਰੈਂਡਸ਼ਿਪ ਚਾਹੀਦੀ ਹੈ ਇਹ ਉਹ ਤੁਹਾਡੇ ਮੈਰਿਟ ਤੇ ਤੁਹਾਡੇ ਕੰਮ ਤੇ ਦੇਖਦੇ ਆ ਤੇ ਤੁਹਾਨੂੰ ਓਪਰਚੁਨਿਟੀ ਦਿੰਦੀ ਆ ਜਿਹੜੀ ਹੁਣ ਮੌਜੂਦਾ ਸਰਕਾਰ ਆ ਹਾਂਜੀ ਉਹਦੇ ਵਿੱਚ ਕਿੰਨੇ ਇੰਡੀਅਨ ਜਿਹੜੇ ਨਾਟ ਓਨਲੀ ਪੰਜਾਬੀ ਹਾਂਜੀ ਹਾਊ ਮਨੀ ਇੰਡੀਅਨਸ ਦ ਐਮਪੀਸ ਜਿਹੜੇ ਇਹਦੇ ਵਿੱਚ ਹੁਣ ਤੱਕ I think from both parties to not conservative party ਕਿਉਂਕਿ ਉਹਨਾਂ ਦੀ ਸਰਕਾਰ ਸੀ ਨਾ ਮੈਂ ਕਹਿ ਸਕਦੀ ਹਾਂ I'm not sure so look ਸਾਡੇ ਕੋ very lucky ਹਾਂ so ਸਾਡਾ ਜਿਹੜੀ ਹੋਮ ਸੈਕਟਰੀ ਪ੍ਰੀਤੀ ਪਟੇਲ ਹੈ ਗੁਜਰਾਤੀ origin ਜਿਹੜਾ ਸਾਡਾ ਚਾਂਸਲਰ ਹੈ ਉਹ ਵੀ ਹੈਗਾ ਪਾਕਿਸਤਾਨੀ ਕਮਿਊਨਿਟੀ ਤੋਂ ਸਜਿਦ ਜਾਵੇਦ ਰਿਸ਼ੀ ਸੁਨਕ ਉਹ ਵੀ ਹੈਗਾ ਗਵਰਨਮੈਂਟ ਦੇ ਵਿੱਚ so ਆਪਾਂ very lucky ਹੈ ਕਿ ਸਾਡੀ ਜਿਹੜੀ ਕੈਬਨਿਟ ਹੈ ਉਹ ਇੰਨੀ ਡਾਈਵਰਸ ਹੈ ਤੇ ਉਹ ਹੀ ਗੱਲ ਦੇਖ ਕੇ ਆਪਾਂ ਜਿਹੜੇ ਯੰਗਸਟਰਸ ਦੇਖ ਸਕਦੇ ਕਿ ਲੋਕ ਸਾਡੀ ਜਿਹੜੀ ਫਰੰਟ ਬੈਂਚ ਦੇ ਉੱਤੇ ਪ੍ਰਾਈਮ ਮਿਨਿਸਟਰ ਦੇ ਨਾਲ ਸਾਡੇ ਆਪਣੇ ਬੈਠੇ ਆ ਕਿ ਆਪਾਂ ਵੀ ਹੁਣ ਮੋਰੇ ਆਈਏ ਚਾਂਸ ਹੈਗਾ ਸਾਡੀ ਕਮਿਊਨਿਟੀ ਨੂੰ ਮੈਂ ਇਹੀ ਪੁੱਛਣਾ ਚਾਹੁੰਦਾ ਕਿਉਂਕਿ ਵੈਸੇ ਤਾਂ ਮੈਨੂੰ ਵੀ ਪਤਾ ਕਿ ਆਪਣੇ ਜਿਹੜੇ ਕੰਸਰਵੇਟਿਵ ਪਾਰਟੀ ਚਾਹੇ ਲੇਬਰ ਪਾਰਟੀ ਹਾਂਜੀ ਲੇਬਰ ਪਾਰਟੀ ਵਿੱਚ ਵੀ ਆਪਣੇ ਇੰਨੇ ਨੇਗੇ ਹਾਂਜੀ ਕੰਸਰਵੇਟਿਵ ਪਾਰਟੀ ਵਿੱਚ ਵੀ ਇੰਨੇ ਨੇਗੇ ਲੇਕਿਨ ਫਿਰ ਵੀ ਕੰਸਰਵੇਟਿਵ ਪਾਰਟੀ ਨੇ ਬਹੁਤ ਜਿਹੜੀ ਆਪਣੇ ਲੋਕਾਂ ਨੂੰ ਚਾਂਸ ਦਿੱਤਾ ਐਮਪੀਸ ਬਣਾਇਆ ਸੌਰੀ ਕੈਬਨਿਟ ਮਿਨਿਸਟਰ ਬਣਾਇਆ ਐਂਡ ਵੱਡੇ ਉਹਦੇ ਉੱਤੇ ਸੋ ਪੁੱਛਣਾ ਤਾਂ ਤੁਹਾਨੂੰ ਚਾਹੁੰਦਾ ਲੇਕਿਨ ਦੱਸਦਾ ਤਾਂ ਸਾਰੀ ਜਿਹੜੀ ਆਪਾਂ ਦੇਖਦੇ ਉਹਨਾਂ ਨੂੰ ਕਿ ਆਪਾਂ ਨੂੰ ਇੰਨਾ ਆਟੇ 'ਚ ਲੂਣ ਹੋਣ ਦੇ ਬਾਵਜੂਦ ਵੀ ਕੰਸਰਵੇਟਿਵ ਪਾਰਟੀ ਨੇ ਆਪਾਂ ਨੂੰ ਐਡੇ ਵੱਡੇ ਅਹੁਦੇ ਦੇ ਕੇ ਨਵਾਜਿਆ ਚਾਹੇ ਉਹ
ਪਾਕਿਸਤਾਨ ਦਾ ਵਸਿੰਦਾ ਹੋਵੇ ਤੇ ਚਾਹੇ ਉਹ ਭਾਰਤ ਦਾ ਵਸਿੰਦਾ ਹੋਵੇ, ਹੈ ਤੇ ਆਪਾਂ ਇੱਕ ਹੀ ਹੈ ਨਾ। ਆਪਣੀ ਸਾਰਾ ਕੁਛ, ਲਿਬਾਸ ਇੱਕ, ਆਪਣੇ ਬੋਲੀ ਇੱਕ, ਆਪਣਾ ਖਾਣਾ ਇੱਕ। ਸੋ ਜੇ ਆਪਾਂ ਵੱਧ ਤੋਂ ਵੱਧ ਇਸ ਪਾਸੇ ਨੂੰ ਆਈਏ ਤੇ ਕੈਨੇਡਾ ਵਾਂਗੂ ਆਪਣੇ ਇੱਥੇ ਕਿੰਨੇ ਮਿਨਿਸਟਰ ਹੋਣਗੇ ਇਹਦਾ ਅੰਦਾਜ਼ਾ ਲਾਉਣਾ ਤੁਸੀਂ 12 ਤਰੀਕ ਤੋਂ ਬਾਅਦ, ਕਿਉਂਕਿ 12 ਦਸੰਬਰ ਨੂੰ ਜੋ ਵੋਟਾਂ ਪੈਣੀਆਂ ਉਹਦੇ ਵਿੱਚ ਵੱਧ ਤੋਂ ਵੱਧ ਤੁਸੀਂ ਵੋਟਾਂ ਪਾ ਕੇ ਆਪਾਂ ਆਪਣੇ ਹਲਕੇ ਦੇ ਕੈਂਡੀਡੇਟ, ਖਾਸ ਕਰ ਜੇ ਤੁਹਾਡੇ ਹਲਕੇ ਦੇ ਕੈਂਡੀਡੇਟ ਪੰਜਾਬੀ ਹੋਣ, ਭਾਰਤੀ ਹੋਣ ਜਾਂ ਪਾਕਿਸਤਾਨੀ ਹੋਣ, ਜਿਨ੍ਹਾਂ ਨੂੰ ਤੁਸੀਂ ਆਪਣੇ ਅੰਦਾਜ਼ ਨਾਲ ਗੱਲ ਕਰ ਸਕਦੇ ਹੋ, ਆਪਣੀ ਭਾਸ਼ਾ ਵਿੱਚ ਗੱਲ ਕਰ ਸਕਦੇ ਹੋ, ਸਮਝਾ ਸਕਦੇ ਹੋ, ਉਹ ਤੁਹਾਡੀ ਗੱਲ ਸਮਝ ਸਕਦੇ, ਉਹ ਤੁਹਾਨੂੰ ਸਮਝਾ ਸਕਦੇ, ਉਹਨਾਂ ਨੂੰ ਵੋਟ ਪਾਉਣ ਦੀ ਕੋਸ਼ਿਸ਼ ਕਰਿਓ, ਕਿਉਂਕਿ ਤਦ ਹੀ ਆਪਾਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਇਸ ਪਾਸੇ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ। ਤਦ ਹੀ ਆਪਾਂ ਕਹਾਂਗੇ ਕਿ ਹਾਂ ਸਾਡੀ ਜਨਰੇਸ਼ਨ ਆਈ। ਇੰਗਲੈਂਡ ਦੇ ਵਿੱਚ ਜੇ ਦੇਖੀਏ ਤਾਂ ਆਪਣੀ ਜਿਹੜੀ ਜਨਰੇਸ਼ਨ ਆ ਉਹ ਬਹੁਤ ਘੱਟ ਪੋਲੀਟਿਕਸ ਵਿੱਚ ਆ ਰਹੀ। ਇਹਦਾ ਮੈਨੂੰ ਨਹੀਂ ਅੱਜ ਦੀ ਸਮਝ ਲੱਗੀ ਕਿਉਂ ਇਹ ਕਾਰਨ ਆ, ਪਰ ਲੇਕਿਨ ਚਲੋ ਅੱਜ ਖੁਸ਼ੀ ਦੀ ਗੱਲ ਆ ਕਿ ਗੁਰਜੀਤ ਤੂੰ ਸਾਡੇ ਵਿੱਚ ਬੈਠੀ ਆ। ਫਿਰ ਵੀ ਇੱਕ, ਕਿਉਂਕਿ ਬੋਸਲ ਦੇ ਵਿੱਚ ਜੇ 4 ਗੁਰਦੁਆਰੇ ਹੁਣ ਤੇ ਹਾਂਜੀ, 4 ਗੁਰਦੁਆਰੇ ਤੇਰੇ ਏਰੀਆ 'ਚ ਤਾਂ ਆਉਂਦੇ ਨਹੀਂ ਹੋਣੇ, ਤੇਰੇ ਏਰੀਆ 'ਚ ਤਾਂ ਨਹੀਂ ਆਉਂਦੇ ਹੋਣੇ? ਆਉਂਦੇ ਸਾਰੇ ਆਉਂਦੇ? ਯੈਸ ਯਾ। ਸੋ ਜਿਹੜਾ ਵਿਲਨ ਹੋਲ ਵਾਲਾ ਗੁਰਦੁਆਰਾ ਉਹ ਨਹੀਂ ਵਿੱਚ ਉਹ ਇਲਾਕੇ 'ਚ ਹੁੰਦਾ, ਉਹ ਆਲਸੋ ਨਾਰਥ ਆ। ਬਾਕੀ ਸਾਰੇ ਸਾਡਾ ਬਲੈਕ ਗੁਰਦੁਆਰਾ, ਕਾਮਾ ਗੁਰਦੁਆਰਾ ਸਾਰੇ ਵਿੱਚ ਹੀ ਆ। ਐਂਡ ਰਾਮਗੜੀਆ ਐਂਡ ਜਿਹੜਾ ਮਿਲ ਸਟਰੀਟ ਵਾਲਾ ਵੀ ਗੁਰੂ ਗ੍ਰੰਥ ਸਾਹਿਬ ਜੀ, ਹਾਂ ਦਰਬਾਰ। ਹਾਂ, ਸੋ ਜਦੋਂ ਇੰਨੇ ਗੁਰਦੁਆਰੇ ਆਉਂਦੇ, ਕਿ ਉਹਨਾਂ ਗੁਰਦੁਆਰਿਆਂ 'ਚ ਤੇਰਾ ਕੀ ਔਨ ਇਨ ਦਾ ਫਿਊਚਰ ਉਹਨਾਂ 'ਚ ਜਾ ਕੇ ਸੰਗਤ ਨੂੰ ਸਪੀਚ ਕਰਕੇ ਕਹਿਣ ਦਾ ਕੋਈ ਆਪਣਾ ਮੁੱਦਾ ਰੱਖਿਆ ਜਾਂ ਨਹੀਂ? ਹਾਂਜੀ, ਮੈਂ ਸਾਰੇ ਗੁਰਦੁਆਰੇ 'ਚ ਆਲਰੇਡੀ ਗਈ ਹਾਂ। ਹੁਣ 2-3 ਵੀਕਾਂ ਹੋ ਗਈਆਂ ਸਾਡੀ ਕੈਂਪੇਨ ਨੂੰ ਅਫੀਸ਼ੀਅਲੀ ਸਟਾਰਟ ਹੋਏ ਨੂੰ। ਐਂਡ ਮੈਂ ਉਹੀ ਅਪੀਲ ਇਹ ਕਰਦੀ ਹੈ ਕਿ ਤੁਸੀਂ ਆਪਣੀ ਕੁੜੀ ਨੂੰ ਇੱਕ ਚਾਂਸ ਦਿਓ, ਹੈ ਨਾ। ਜੇ ਮੈਨੂੰ ਤੁਸੀਂ ਚਾਂਸ ਦਿਓਗੇ, ਮੈਂ ਵੱਧ ਤੋਂ ਵੱਧ ਤੁਹਾਡੇ ਹੈਲਪ ਐਂਡ ਸਪੋਰਟ ਕਰੂੰਗੀ। ਐਂਡ ਆਈ ਥਿੰਕ ਵੈਰੀ ਇੰਪੋਰਟੈਂਟ ਹੈ ਕਿ ਤੁਸੀਂ ਸਪੋਰਟ ਕਰੋ, ਪਰ ਇਹ ਵੀ ਕਿ ਮੈਂ ਵੀ ਤੁਹਾਨੂੰ ਗਿਵ ਬੈਕ ਕਰਾਂ, ਕਿ ਮੈਂ ਵੀ ਚਾਹੁੰਦੀ ਕਿ ਹੋਰ ਸਾਡੇ ਵਾਲਸੋ ਸਾਊਥ ਦੇ ਕਮਿਊਨਿਟੀ ਦੇ ਵਿੱਚੋਂ ਜਿਹੜੇ ਬੱਚੇ ਆ ਉਹ ਵੀ ਮੋਰੇ ਆਵੇ। ਸੋ ਐਨੀਵਨ ਨੂੰ ਜੇ ਤੁਸੀਂ ਕੈਂਪੇਨ ਜੁਆਇਨ ਕਰਨਾ ਚਾਹੁੰਦੇ ਆ, ਐਕਸਪੀਰੀਅੰਸ ਲੈਣਾ ਚਾਹੁੰਦੇ, ਪਲੀਜ਼ ਮੈਨੂੰ ਕੰਟੈਕਟ ਕਰੋ। ਸੋ ਮੇਰੀ ਡਿਟੇਲ ਫੇਸਬੁੱਕ, ਟਵਿੱਟਰ ਤੇ ਲੱਭ ਸਕਦੇ ਆ, ਤੇ ਮੈਂ ਵੱਧ ਤੋਂ ਵੱਧ ਤੁਹਾਡੀ ਵੀ ਸਪੋਰਟ ਕਰੂੰਗੀ। ਕਿਉਂਕਿ ਮੈਂ ਗੁਰਦੁਆਰੇ ਦੀ ਗੱਲ ਇਸ ਕਰਕੇ ਕੀਤੀ ਸੀ ਕਿ ਗੁਰਦੁਆਰੇ 'ਚ ਫੰਕਸ਼ਨ ਹੁੰਦੇ ਤਕਰੀਬਨ ਐਤਵਾਰ ਨੂੰ, ਸੰਡੇ ਨੂੰ, ਤੇ ਸੰਡੇ ਕਰਕੇ ਹੁਣ ਆਪਣੇ ਕੋਲ ਵੀਕਾਂ ਰਹਿ ਗਈਆਂ ਤਿੰਨ ਕੁ ਇਲੈਕਸ਼ਨ ਤੱਕ ਨਾ। ਸੋ ਹੁਣ ਤੱਕ ਕਿਹੜੇ ਗੁਰਦੁਆਰੇ ਜਾਣ ਦਾ ਕੋਈ ਉਹਨਾਂ ਕਮੇਟੀਆਂ ਨਾਲ ਬਣਾ ਕੇ ਰਾਬਤਾ ਕਾਇਮ ਕਰਕੇ ਉਹਨਾਂ ਨਾਲ ਟਾਈਮ ਲਿਆ ਕਿ ਤਾਂ ਕਿ ਆਪਾਂ ਸੰਗਤ ਨੂੰ ਦੱਸ ਕਿ ਜਿਹੜੇ ਉੱਥੇ ਰਹਿੰਦੇ ਲੋਕੀ ਰਹਿੰਦੇ ਆ ਉਹ ਉਸ ਦਿਨ ਨੂੰ ਉਸ ਗੁਰਦੁਆਰੇ 'ਚ ਆ ਸਕਣ। ਯੈਸ, ਸੋ ਮੈਂ ਐਵਰੀ ਸੈਟਰਡੇ ਸੰਡੇ ਸਾਰੇ ਗੁਰਦੁਆਰੇ ਦੇ ਵਿੱਚ ਜਾਂਦੀ ਹਾਂ, ਫਿਰ ਤੁਸੀਂ ਮੈਨੂੰ ਉੱਥੇ ਫਾਈਂਡ ਕਰ ਸਕਦੇ ਆ ਜਿਹੜੇ ਸਾਡੇ ਪ੍ਰੋਗਰਾਮ ਹੋਣੇ ਆ ਗੁਰਦੁਆਰੇ ਦੇ ਵਿੱਚ। ਦਿਸ ਵੀਕ ਵੀ ਸੰਡੇ ਮੈਂ ਬਲੈਕ ਗੁਰਦੁਆਰੇ ਤੇ ਕਾਮਾ ਗੁਰਦੁਆਰੇ ਦੇ ਵਿੱਚ ਹੋਊਂਗੀ, ਜੇ ਤੁਸੀਂ ਮਿਲਣਾ ਚਾਹੁੰਦੇ ਮੈਨੂੰ। ਚਲੋ ਤਾਂ ਅਸੀਂ ਵੀ ਤੇਰੇ ਨਾਲ ਹੀ ਹੋਣਾ। ਸੋ ਮੈਂ ਇੱਕ ਅਪੀਲ ਕਰਨੀ ਚਾਹੁੰਦਾ, ਤੁਹਾਨੂੰ ਬੇਨਤੀ ਕਰਨੀ ਚਾਹੁੰਦਾ, ਬੋਸਲ ਸਾਊਥ ਦੇ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ, ਚਾਹੇ ਬੋਸਲ ਨਾਰਥ ਵੀ ਹੋਵੇ, ਕਿਉਂਕਿ ਤੁਸੀਂ ਜੋ ਵੀ ਮੇਰੇ ਭੈਣ ਭਰਾ, ਸਾਡੇ ਬਜ਼ੁਰਗ ਸਾਹਿਬਾਨ, ਸਾਡੀਆਂ ਮਾਤਾਵਾਂ, ਬੱਚੇ ਬੱਚੀਆਂ ਗੁਰਦੁਆਰਾ ਸਾਹਿਬ ਨਾਲ ਅਖੰਡ ਪਾਠ ਦੇ ਭੋਗਾਂ ਤੋਂ ਬਾਅਦ ਅਸੀਂ ਕਮੇਟੀ ਨੂੰ ਬੇਨਤੀ ਕਰਕੇ ਗੁਰਜੀਤ ਲਈ ਟਾਈਮ ਲੈ ਕੇ, ਤਾਂ ਕਿ ਇਹ 5-7-10 ਮਿੰਟ ਸੰਗਤਾਂ ਦੇ ਰੂਬਰੂ ਹੋ ਕੇ ਆਪਣੀ ਸਪੀਚ ਰਾਹੀਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰ ਸਕੇ ਕਿ ਇਹਨੂੰ ਵੋਟਾਂ ਪਾਓ। ਕਿਉਂ ਵੋਟਾਂ ਪਾਈਆਂ ਜਾਣ, ਕੀ ਟੋਰੀ ਪਾਰਟੀ ਪੰਜਾਬੀ ਭਾਈਚਾਰੇ ਲਈ, ਕੀ ਟੋਰੀ ਪਾਰਟੀ ਬੋਸਲ ਦੇ ਵੱਸਦੇ ਸਮੂਹ ਭਾਈਚਾਰਿਆਂ ਲਈ, ਸਮੂਹ ਕਮਿਊਨਿਟੀ ਲਈ, ਸਮੁੱਚੀ ਕਮਿਊਨਿਟੀ ਲਈ ਕੀ ਕੁਛ ਕਰਦੀ। ਕਿਉਂਕਿ ਜੇ ਆਪਾਂ ਯੂਨਾਈਟਡ ਆ ਤਦ ਹੀ ਆਪਾਂ ਯੂਨਾਈਟਡ ਰਹਿ ਕੇ ਚੱਲ ਸਕਦੇ ਹਾਂ। ਅਗਰ ਆਪਾਂ ਇੱਕ ਹੀ ਕਮਿਊਨਿਟੀ ਦਾ ਸੋਚੀਏ ਤੇ ਇੱਕ ਕਮਿਊਨਿਟੀ ਦੇ ਸਿਰ ਤੇ ਆਪਾਂ ਕਦੀ ਇਲੈਕਸ਼ਨ ਨਹੀਂ ਜਿੱਤ ਸਕਦੇ ਨਾ। ਸੋ ਸਾਰੀਆਂ ਕਮਿਊਨਿਟੀਆਂ ਆਪਣੀਆਂ ਕਮਿਊਨਿਟੀਆਂ, ਚਾਹੇ ਉਹ ਇੰਗਲਿਸ਼ ਕਮਿਊਨਿਟੀ ਹੋ ਗਈ, ਚਾਹੇ ਉਹ ਹਿੰਦੂ ਕਮਿਊਨਿਟੀ ਹੋ ਗਈ, ਮੁਸਲਮਾਨ ਕਮਿਊਨਿਟੀ ਹੋ ਗਈ, ਤੇ ਚਾਹੇ ਉਹ ਸਿੱਖ ਕਮਿਊਨਿਟੀ ਹੋ ਗਈ। ਚਲ ਇੰਨੀ ਗੁੱਡ ਆ ਕਿਸਮਤ ਆ ਕਿ ਤੁਸੀਂ ਸਿੱਖ ਕਮਿਊਨਿਟੀ 'ਚ ਹੋ, ਹੈ ਨਾ। ਬਾਕੀ ਜਿਹੜੇ ਆਪਣੇ ਹੋਰ ਕੈਂਡੀਡੇਟ ਖੜੇ ਆ ਕੰਸਰਵੇਟਿਵ ਪਾਰਟੀ ਵੱਲੋਂ, ਉਹਨਾਂ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਆ ਲੋਕ ਜਿਹੜੇ, ਕਿਉਂਕਿ ਸਾਰੀ ਇੰਗਲੈਂਡ 'ਚ ਆਪਾਂ ਨੂੰ ਵਿਖਿਆ ਜਾ ਰਿਹਾ। ਹਾਂਜੀ, ਸੋ ਆਈ ਥਿੰਕ ਤੁਸੀਂ ਜੇ ਕੰਸਰਵੇਟਿਵ ਗਵਰਨਮੈਂਟ ਦੇ ਅਚੀਵਮੈਂਟ ਦੇਖੋ 2010 ਚੋਂ ਹੁਣ ਤੱਕ, ਤੁਸੀਂ ਉਹ ਵੇ ਅਪ ਕਰਕੇ ਲੇਬਰ ਅਚੀਵਮੈਂਟਸ ਦੇ ਨਾਲ ਤੁਸੀਂ ਆਪਣੀ ਮਾਈਂਡ ਬਣਾਓ। ਆਈ ਨੋ ਕਿ ਜਿਹੜੀ ਸਾਡੀ ਆਪਣੀ ਕਮਿਊਨਿਟੀ ਪਹਿਲਾਂ ਤੋਂ ਟ੍ਰੈਡੀਸ਼ਨਲੀ ਲੇਬਰ ਨੂੰ ਵੋਟ ਪਾਉਂਦੀ ਆ। ਆਈ ਥਿੰਕ ਹੁਣ ਕਮਿਊਨਿਟੀ, ਜਿੱਦਾਂ ਅੰਕਲ ਨੇ ਸਾਨੂੰ ਦੱਸਿਆ ਕਿ ਕਮਿਊਨਿਟੀ ਹੁਣ ਚੇਂਜ ਹੋ ਗਈ ਆ, ਬਦਲ ਗਈ ਆ ਹੁਣ ਸਾਡੀ। ਸੋ ਆਈ ਥਿੰਕ ਤੁਸੀਂ ਦੋਨੋਂ ਮੈਨੀਫੈਸਟੋ ਲਿਖਣ ਲੱਗਿਆ ਥੋੜ੍ਹੇ ਟਾਈਮ ਦੇ ਵਿੱਚ, ਤੁਸੀਂ ਦੋਨੋਂ ਪੜ੍ਹ ਕੇ ਤੁਸੀਂ ਆਪਣੀ ਫਿਰ ਮਾਈਂਡ ਬਣਾਓ। ਮੈਂ ਤਾਂ ਕਹਿਣਾ ਹੀ ਹੈ ਕੰਸਰਵੇਟਿਵ ਪਾਰਟੀ ਨੂੰ ਤੁਸੀਂ ਸਪੋਰਟ ਕਰੋ, ਪਰ ਤੁਸੀਂ ਸਾਡੇ ਅਚੀਵਮੈਂਟ ਆ, ਸਾਡੇ ਮੈਰਿਟ ਦੇ ਉੱਤੇ ਤੁਸੀਂ ਵੋਟ ਪਾਓ। ਜਿਹੜੀ ਡਿਬੇਟ ਹੋਈ
ਡੇਵਿਡ ਕੈਮਰਨ ਦੀ ਹਾਂਜੀ ਤੇ ਲੇਬਰ ਪਾਰਟੀ ਦੇ ਲੀਡਰ ਦੀ, ਉਹਨਾਂ ਦੇ ਵਿੱਚੋਂ ਕਿੰਨਾ ਕੁ ਜਿਹੜੀ ਪੂਰੀ ਇੰਗਲੈਂਡ ਦੇ ਵਿੱਚੋਂ ਲੋਕਾਂ ਨੇ ਕਿਹਨੂੰ ਜ਼ਿਆਦਾ ਲਾਈਕ ਕੀਤਾ? So I think ਜਿਹੜੀ ਕੱਲ ਡਿਬੇਟ ਹੋਈ ਸੀ ਬੋਰਿਸ ਜੌਨਸਨ ਜਰਮੀ ਕੋਰਬਨ ਦੇ ਬਿਟਵੀਨ, I think ਬੋਰਿਸ ਜੌਨਸਨ ਨੇ ਆਪਣਾ ਕੁਆਇਟ ਓਨੈਸਟਲੀ ਦੱਸਿਆ ਸੀ ਕਿ ਉਹਨੇ ਕੀ ਕਰਨਾ, ਉਹਦੀ ਪਾਲਿਸੀਆਂ ਕੀ ਆ। ਸੋ ਮੇਨਲੀ NHS ਫੰਡਿੰਗ, ਕ੍ਰਾਈਮ ਨੂੰ ਰਿਡਿਊਸ ਕਰਨਾ, ਐਜੂਕੇਸ਼ਨ ਵਧਾਉਣੀ, ਐਂਡ ਆਈ ਥਿੰਕ ਉਹਨੇ ਕਲੀਅਰਲੀ ਕਿਹਾ ਸੀ ਕਿ ਆਪਾਂ ਬ੍ਰੈਗਜ਼ਿਟ ਕਰੋਨੀ ਹੈ ਤੇ ਉਹ ਕੋਈ ਸਪੋਰਟ ਆਪਣੀ ਪਾਰਟੀ ਦੇ ਕੈਂਡੀਡੇਟ ਖੜੇ, ਮੈਂ ਵੀ ਇੱਕ ਜਿਹੜੀ ਸਪੋਰਟ ਕਰੂੰਗੀ ਉਹਦੇ ਨਾਲ। ਸੋ ਆਈ ਥਿੰਕ ਉਹ ਹੈਗਾ, ਐਟਲੀਸਟ ਉਹਨੇ ਕਲੀਅਰਲੀ ਦੱਸਿਆ ਉਹਨੇ ਕੀ ਕਰਨਾ। I think obviously Jeremy Corbyn ਤੋਂ ਉਹ ਹਲੇ ਤੱਕ ਉਹਨਾਂ ਨੇ ਆਪਣੀ ਮਾਈਂਡ ਨਹੀਂ ਬਣਾਈ ਲੱਗਦਾ ਕਿ ਆਪਾਂ ਯੂਰਪ ਛੱਡਣਾ ਜਾਂ ਨਹੀਂ ਛੱਡਣਾ, ਲੋਕਾਂ ਦਾ ਪ੍ਰੋਮਿਸ ਨਿਭਾਉਣਾ ਜਾਂ ਨਹੀਂ। ਸੋ ਆਈ ਥਿੰਕ ਕੁਆਇਟ ਕਲੀਅਰ ਆ ਕਰਕੇ। ਜੇ ਆਪਾਂ ਦੇਖਿਆ ਜਾਵੇ, ਇਸ ਕਰਕੇ ਨਹੀਂ ਮੈਂ ਵੀ ਕਹਿੰਦਾ ਕਰਕੇ ਮੈਂ ਕੰਸਰਵੇਟਿਵ ਪਾਰਟੀ ਨੂੰ ਬਿਲੋਂਗ ਕਰਦਾ, ਲੇਕਿਨ ਜਿਹੜੀ ਲੇਬਰ ਪਾਰਟੀ ਉਹਦੀ ਆਪਣੀ ਅੱਧੀ ਜਿਹੜੇ ਉਹਦੇ ਕੈਂਡੀਡੇਟ ਆ, ਉਹ ਤੇ ਅੱਧੇ ਕਹਿੰਦੇ ਅਸੀਂ ਸਪੋਰਟ ਕਰਨੀ, ਆਊਟ ਹੋਣਾ, ਅੱਧੇ ਕਹਿੰਦੇ ਅਸੀਂ ਨਹੀਂ ਆਊਟ ਹੋਣਾ। ਯੈਸ, ਸੋ I think ਉਹ ਡਿਵੀਜ਼ਨ ਉਹਨਾਂ ਦੀ ਪਾਰਟੀ ਤੱਕ ਹਲੇ ਤੱਕ ਹੈਗਾ ਆ, ਐਂਡ I think ਉਹ ਡਿਵੀਜ਼ਨ ਕੰਟਰੀ ਲਈ ਮਾਰਾ ਆ। ਐਟ ਦੀ ਐਂਡ ਦੇ 10 ਸਾਲ ਹੋ ਗਏ ਆਪਾਂ ਲੀਵ ਨਹੀਂ ਹੋਏ, ਸਾਡੀ ਪਾਰਟੀ ਹੁਣ ਯੂਨਾਈਟਿਡ ਹੈ। ਤੁਸੀਂ ਇੱਕ ਚਾਂਸ ਦਿਓ, ਯੂ ਨੋ ਇੱਕ ਵਾਰੀ ਹੋਰ ਸਾਨੂੰ ਗਵਰਨਮੈਂਟ ਦਾ ਬਣਾਉਣ ਦਾ ਚਾਂਸ ਜੇ ਮਿਲਿਆ, ਆਪਾਂ ਬ੍ਰੈਗਜ਼ਿਟ ਕਰਾਉਂਗੇ ਤੇ ਬਾਕੀ ਜਿਹੜੇ ਪ੍ਰੋਮਿਸ ਕੀਤੇ ਆ ਉਹ ਵੀ ਨਿਭਾਉਂਗੇ। ਕਈ ਲੋਕੀ ਸੋਚਦੇ ਆ ਕਿ ਜਿਹੜੀ ਆਹ ਇਲੈਕਸ਼ਨ ਹੋਣੀ ਆ, ਇਹ ਸ਼ਾਇਦ ਰੈਫਰੈਂਡਮ ਜਿਹੜਾ ਅੱਗੇ ਹੋਇਆ ਸੀ ਉਹੀ ਦੁਆਰੇ ਹੋ ਰਿਹਾ, ਹਾਂਜੀ ਕਿ ਉਹ ਆ ਜਾਂ ਇਹ ਜਨਰਲ ਇਲੈਕਸ਼ਨ ਆ? ਕਿਉਂਕਿ ਕਈਆਂ ਨੂੰ ਆਪਣੀ ਜਿਹੜੀ ਸਪੈਸ਼ਲੀ ਸਿਆਣੇ ਉਹਨਾਂ ਨੂੰ ਨਹੀਂ ਪਤਾ ਲੱਗਦਾ। ਹਾਂਜੀ, ਰੈਫਰੈਂਡਮ ਤਾਂ ਨਹੀਂ ਹੈਗਾ, ਪਰ ਪ੍ਰੋਬਲਮ ਇਹ ਸੀ ਬੋਰਿਸ ਜੌਨਸਨ ਦੀ ਮੈਜੋਰਿਟੀ ਨਾ ਵਰਕਿੰਗ ਮੈਜੋਰਿਟੀ ਨਹੀਂ ਸੀ। ਸੋ ਜੋ ਆਪਾਂ ਪਾਸ ਕਰਾਉਣਾ ਚਾਹੁੰਦੇ ਸੀ, ਬ੍ਰੈਗਜ਼ਿਟ ਡੀਲ ਕਰਾਉਣਾ ਚਾਹੁੰਦੇ ਸੀ, ਉਹ ਲੇਬਰ ਪਾਰਟੀ ਉਹਨੂੰ ਐਵਰੀ ਟਾਈਮ ਬੈਕ ਨਹੀਂ ਕਰਦੀ ਸੀ। ਸੋ ਉਹ ਕੋਈ ਚੋਇਸ ਨਹੀਂ ਰਹੀ ਸੀ ਕਿ ਆਪਾਂ ਇਲੈਕਸ਼ਨ ਕਰਾਉਣੀ ਪਈ। ਕੋਈ ਚਾਹੁੰਦਾ ਨਹੀਂ ਕਿ 2017 'ਚ ਹੀ ਹੋਈ ਆ, 2019 ਆ, ਹੁਣ ਕੰਟਰੀ ਨੂੰ ਵੀ ਸਟੈਬਿਲਿਟੀ ਚਾਹੀਦੀ ਆ। ਪਰ ਹੁਣ ਸਾਡੇ ਕੋਲ ਕੋਈ ਚਾਂਸ, ਕੋਈ ਯੂ ਨੋ ਕੋਈ ਸੋਲੂਸ਼ਨ ਨਹੀਂ ਹੈਗਾ ਸੀ। ਹੁਣ ਹੈਗਾ ਸਾਡੇ ਕੋਲ ਟਾਈਮ ਬੋਰਿਸ ਜੌਨਸਨ ਨੂੰ ਸਪੋਰਟ ਕਰਨ ਦਾ, ਮੈਜੋਰਿਟੀ ਉਹਨੂੰ ਮਿਲ ਜਾਵੇ, ਦੈਨ ਫਿਰ ਆਪਾਂ ਦੂਜੇ ਸਾਡੇ ਡੋਮੈਸਟਿਕ ਇਸ਼ੂਜ਼ ਜਿਹੜੇ ਸਾਡੇ ਇੰਨੇ ਇੰਪੋਰਟੈਂਟ ਸਾਡੀ ਕਮਿਊਨਿਟੀ ਲਈ ਆ, ਉੱਤੇ ਕਨਸੈਂਟਰੇਟ ਕਰ ਸਕਦੇ ਹਾਂ, ਬਿਕਾਜ਼ ਯੂ ਨੋ ਦੇਅਰਸ ਅਦਰ ਥਿੰਗਸ ਆਰ ਵੈਰੀ ਇੰਪੋਰਟੈਂਟ ਐਜ਼ ਵੈਲ। ਰੰਧਾਵਾ ਸਾਹਿਬ, ਤੁਸੀਂ ਕਿਉਂਕਿ ਆਪਣਾ ਸਮਾਂ ਆਪਣੀ ਰਤਾਰੇ ਤੋਂ ਰਹਿ ਗਿਆ, ਕੀ ਕਹਿਣਾ ਚਾਹੁੰਦੇ ਅਖੀਰ ਤੇ? ਦੇਖੋ ਜੀ, ਅਸੀਂ ਤਾਂ ਇਹ ਕਹਿੰਦੇ ਵੀ ਬੋਲਸਲ ਸਾਊਥ ਵਾਲਿਆਂ ਨੂੰ, ਲੋਕਾਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਕੁੜੀ ਦੀ ਸਪੋਰਟ ਕਰਕੇ ਤੇ ਵੋਟਾਂ ਪਾਓ। ਜਦੋਂ ਕਾਮਯਾਬ ਹੋਊਗੀ ਤੁਸੀਂ ਆਪੇ ਤੁਹਾਨੂੰ ਪਤਾ ਲੱਗ ਜਾਣਾ ਵੀ ਕਿੱਦਾਂ ਦੇ ਕੰਮ ਕਰਦੇ ਆ। ਬਿਲਕੁਲ ਬਿਲਕੁਲ। ਤੇ ਸਭ ਤੋਂ ਵੱਧ ਵੋਟਾਂ ਪਾਉਣੀਆਂ ਚਾਹੀਦੀਆਂ। ਤੇ ਮੁਸਲਮਾਨ ਕਮਿਊਨਿਟੀ, ਹਿੰਦੂ ਕਮਿਊਨਿਟੀ, ਜਿੱਦਾਂ ਇਹਨਾਂ ਨੇ ਗੁਰਦੁਆਰੇ 'ਚ ਜਾਣਾ, ਇੱਦਾਂ ਇਹਨਾਂ ਨੂੰ ਮਸਕ ਵਿੱਚ ਵੀ ਜਾਣਾ ਚਾਹੀਦਾ, ਇੱਦਾਂ ਇਹਨਾਂ ਨੂੰ ਮੰਦਰਾਂ ਵਿੱਚ ਵੀ ਜਾਣਾ ਚਾਹੀਦਾ, ਕਿਉਂਕਿ ਆਪਾਂ ਸਾਰੇ ਇਕੱਠੇ ਆ ਤੇ ਇਕੱਠੇ ਹੋ ਕੇ ਜਿੱਤ ਸਕਦੇ ਆ। ਤੇ ਉਹਨਾਂ ਸਾਰੀਆਂ ਕਮਿਊਨਿਟੀਆਂ ਨੂੰ ਜਾ ਕੇ ਕਹਿਣਾ ਚਾਹੀਦਾ ਵੀ ਮੈਂ ਖੜੀ ਹੋਈ ਆ, ਮੈਨੂੰ ਵੋਟ ਪਾਓ। ਪਰ ਅਸੀਂ ਅਪੀਲ ਇੱਥੋਂ ਕਰਦੇ ਆ ਕਿ ਜਿਹੜੇ ਵੀ ਸਾਨੂੰ ਦੇਖ ਰਹੇ ਲੋਕ, ਵੱਧ ਤੋਂ ਵੱਧ ਇਹ ਕੁੜੀ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਦੀ ਕੋਸ਼ਿਸ਼ ਕਰਨ, ਇਹ ਅਪੀਲ ਕਰ ਸਕਦੇ ਕਿ ਜੀ। ਤੂੰ ਕੀ ਕਹਿਣਾ ਚਾਹੁੰਦੀ ਅਖੀਰ ਤੇ? ਸੋ ਮੈਂ ਇਹ ਕਹਿਣਾ ਚਾਹੁੰਦੀ ਕਿ ਮੇਰੀ 3-4 ਪ੍ਰਾਇੋਰਟੀਜ਼ ਹੈਗੀਆਂ। ਮੈਂ NHS ਵਿੱਚ ਜ਼ਿਆਦਾ ਫੰਡਿੰਗ ਚਾਹੁੰਦੀ, ਸਾਡੇ ਵਾਲਸਲ ਰੈਜ਼ੀਡੈਂਟਸ ਲਈ ਐਜੂਕੇਸ਼ਨ, ਸਕੂਲਸ ਨੂੰ ਜ਼ਿਆਦਾ ਫੰਡਿੰਗ ਮਿਲੇ। ਮੈਂ ਚਾਹੁੰਦੀ ਵੱਧ ਤੋਂ ਵੱਧ ਪੁਲਿਸ ਆਫਿਸਰਸ ਹੋਵੇ ਸਟਰੀਟਸ ਦੇ ਉੱਤੇ, ਐਂਡ ਉਹੀ ਕਿ ਮੇਰੀ ਕਮਿਟਮੈਂਟ ਹੈਗੀ ਹੈ ਸਰਜਰੀਜ਼ ਕਰਨ ਲਈ, ਸਾਰੇ ਕਮਿਊਨਿਟੀਜ਼ ਦੇ ਵਿੱਚ ਰੋਟੇਟਿੰਗ ਸਰਜਰੀਜ਼। ਸੋ ਮੈਂ ਧੰਨਵਾਦ ਕਰਦਾ ਤੇਰਾ ਕਿ ਤੂੰ ਸਮਾਂ ਕੱਢ ਕੇ ਇੱਥੇ ਤੀ ਅੱਜ ਸਾਡੇ ਕੋਲ ਸਟੂਡੀਓ 'ਚ ਆਈ। ਸਾਨੂੰ ਵੇਖ ਰਿਹਾ ਖਾਸ ਕਰ ਬੋਸਲ ਸਾਊਥ ਦੇ ਨਿਵਾਸੀਓ, ਅਗਰ ਤੁਸੀਂ ਵੋਟਾਂ ਪਾ ਕੇ ਇਹਨੂੰ ਜਿਤਾਇਆ ਤੇ ਸਾਨੂੰ, ਸਾਡੀ ਸਿੱਖ ਚੈਨਲ ਦੀ ਪੂਰੀ ਟੀਮ ਨੂੰ, ਜਿੱਥੇ ਗੁਰੂ ਤੇ ਭਰੋਸਾ, ਉੱਥੇ ਅਸੀਂ ਆਪਣੀ ਗੱਲ ਇਹ ਦਿਲ ਤੋਂ ਕਹਿ ਸਕਦੇ ਹਾਂ ਕਿ ਜ਼ਰੂਰ ਕੈਬਨਿਟ ਦੇ ਵਿੱਚ ਆਊਗੀ ਤੇ ਤੁਸੀਂ ਮਾਣ ਕਰੋਗੇ ਕਿ ਅਸੀਂ ਇਹ ਕੁੜੀ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਤੇ ਕਿੱਡੇ ਅਹੁਦੇ ਤੇ ਪੁੱਜੀ। ਇਹ ਅਸੀਂ ਗੁਰੂ ਦੇ ਭਰੋਸੇ ਨਾਲ ਤੁਹਾਨੂੰ ਆਖ ਰਹੇ ਹਾਂ। ਅਗਰ ਟੋਰੀ ਪਾਰਟੀ ਦੀ ਸਰਕਾਰ ਦੁਆਰੇ ਹੋਈ, ਵੈਸੇ ਤਾਂ ਬਾਣੀ ਉਹਨਾਂ ਦੀ ਰਹੀ ਆ, ਪਰ ਫਿਰ ਵੀ ਅਗਰ ਉਹਨਾਂ ਦੀ ਸਰਕਾਰ ਬਣੀ, ਤੁਸੀਂ ਇਹਨੂੰ ਜਿਤਾਇਆ ਤੇ ਅਵਸ਼ ਇਹ ਕੈਬਨਿਟ ਦੇ ਵਿੱਚ ਆਵੇਗੀ। ਸੋ ਅਗਰ ਤੁਹਾਡੀ ਕੋਈ ਵੀ ਪ੍ਰੋਬਲਮ ਹੋਵੇ, ਤੁਸੀਂ ਕਿਸੇ ਤਰ੍ਹਾਂ ਦੀ ਕੋਈ ਵੀ ਗੱਲਬਾਤ ਹੋਵੇ, ਤੁਸੀਂ ਰੰਧਾਵਾ ਸਾਹਿਬ ਨੂੰ, ਜਿਨ੍ਹਾਂ ਨੂੰ ਤੁਸੀਂ ਹਮੇਸ਼ਾ ਟੈਲੀਵਿਜ਼ਨ 'ਤੇ ਮੇਰੇ ਨਾਲ ਵੇਖਦੇ ਹੋ, ਮੈਨੂੰ ਵੇਖ ਰਹੇ ਹੋ, ਤੁਹਾਡੀ ਕੋਈ ਮੁਸ਼ਕਲ ਹੋਵੇ, ਅਗਰ ਤੁਸੀਂ ਇਹਨਾਂ ਨਾਲ ਤੁਹਾਡਾ ਰਾਬਤਾ ਨਹੀਂ ਕਾਇਮ ਹੁੰਦਾ ਤੇ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਸਾਡੇ ਤੱਕ ਅਪਰੋਚ ਕਰ ਸਕਦੇ ਹੋ। ਅਸੀਂ ਤੁਹਾਡੀ ਗੱਲਬਾਤ ਇਹਨਾਂ ਨਾਲ ਜ਼ਰੂਰ ਕਰਾਉਂਦੇ ਰਹਾਂਗੇ। ਇਕੱਲੀ ਇਲੈਕਸ਼ਨ ਹੀ ਨਹੀਂ, ਇਲੈਕਸ਼ਨ ਤੋਂ ਬਾਅਦ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ, ਵੈਸੇ ਤਾਂ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ, ਲੇਕਿਨ ਫਿਰ ਵੀ ਜੇ ਕੋਈ ਆਉਂਦੀ ਹੈ, ਜਿਸ ਤਰ੍ਹਾਂ ਗੁਰਜੀਤ ਨੇ ਦੱਸਿਆ ਕਿ NHS ਲਈ ਵੱਧ ਤੋਂ ਵੱਧ ਕੰਮ ਕਰੂਗੀ, ਸਟਰੀਟ 'ਤੇ ਵੱਧ ਪੁਲਿਸ ਹੋਵੇ ਤਾਂ ਕਿ ਕ੍ਰਾਈਮ ਨਾ ਹੋ ਸਕਣ ਵਾਲੇ, ਕਿਉਂਕਿ ਜਿੰਨੇ ਕ੍ਰਾਈਮ ਹੁੰਦੇ ਜੋ ਉਹ ਤੁਸੀਂ ਭਲੀ ਭਾਂਤ ਜਾਣਦੇ ਹੋ,
ਅਤੇ ਇਲਾਕੇ ਦੀ ਸਫਾਈ ਲਈ ਵੱਧ ਤੋਂ ਵੱਧ ਉਪਰਾਲੇ ਕਰੂਗੀ ਅਤੇ ਵੱਖ-ਵੱਖ ਕਮਿਊਨਿਟੀਆਂ ਲਈ ਇੱਕ ਕਰਨ ਦੇ ਲਈ ਕਿ ਵੱਖ-ਵੱਖ ਕਮਿਊਨਿਟੀਆਂ 'ਚ ਪਿਆਰ, ਇੱਜ਼ਤ, ਮਾਣ, ਇੱਕ ਦੂਜੇ ਦਾ ਸਤਿਕਾਰ ਬਣਿਆ ਰਹੇ, ਉਹਦੇ ਲਈ ਵੱਧ ਤੋਂ ਵੱਧ ਯਤਨਸ਼ੀਲ ਹੋਵੇਗੀ। ਸੋ ਸਾਡੀਆਂ ਇੰਨੀਆਂ ਕੁ ਬੇਨਤੀਆਂ ਨੂੰ ਕਬੂਲ ਕਰਿਓ। ਦੁਬਾਰਾ ਫਿਰ ਤੁਹਾਨੂੰ ਬੇਨਤੀ ਕਰਦਾ ਜਾਵਾਂ, ਇੰਗਲੈਂਡ ਦੇ ਤੁਸੀਂ ਕਿਸੇ ਕੋਨੇ ਤੋਂ ਵੀ ਖੜੇ ਹੋ, ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਸਿੱਖ ਚੈਨਲ ਦੇ ਪਲੇਟਫਾਰਮ 'ਤੇ ਲਿਆਂਦਾ ਜਾਵੇ ਜਾਂ ਤੁਸੀਂ ਆਣ ਕੇ ਇੱਥੋਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਹੋ, ਤੇ ਬਿਨਾਂ ਝਿਜਕ ਤੁਸੀਂ ਚਾਹੇ ਸਿੱਖ ਚੈਨਲ ਦੇ ਸਟੂਡੀਓ 'ਚ, ਚਾਹੇ ਮੇਰੇ ਨਾਲ, ਚਾਹੇ ਬੱਲ ਸਾਹਿਬ ਨਾਲ, ਜਿੰਨਾ ਮਰਜ਼ੀ ਤੁਸੀਂ ਲਿੰਕ ਕਰਕੇ ਤੁਸੀਂ ਸਾਨੂੰ ਦੱਸ ਸਕਦੇ ਹੋ। ਅਸੀਂ ਜਿਸ ਦਿਨ ਵੀ ਤੁਹਾਡੇ ਕੋਲ ਸਮਾਂ ਹੋਵੇ ਉਸੇ ਦਿਨ ਲਿਆ ਕੇ ਤੁਹਾਡੀ ਇੰਟਰਵਿਊ ਕਰਕੇ ਲੋਕਾਂ ਦੇ ਰੂਬਰੂ ਕਰਾਂਗੇ, ਤਾਂ ਕਿ ਲੋਕਾਂ ਨੂੰ ਅਪੀਲ ਕਰ ਸਕੀਏ ਕਿ ਵੱਧ ਤੋਂ ਵੱਧ ਪੰਜਾਬੀ, ਵੱਧ ਤੋਂ ਵੱਧ ਏਸ਼ੀਅਨ ਇੰਗਲੈਂਡ ਦੀ ਸਿਆਸਤ ਵਿੱਚ ਭਾਗ ਲੈਣ, ਤੇ ਖਾਸ ਕਰ ਪੰਜਾਬੀ, ਤਾਂ ਕਿ ਪੰਜਾਬ ਦੀ ਆਉਣ ਵਾਲੀ ਜਨਰੇਸ਼ਨ ਪੰਜਾਬੀਆਂ ਦੀ ਸਿਆਸਤ ਵਿੱਚ ਭਾਗ ਲਊਗੀ ਤੇ ਆਪਾਂ ਆਪਣੀਆਂ ਮੰਗਾਂ ਨੂੰ ਸੌਖਿਆਂ ਹੀ ਮਨਾ ਸਕਦੇ ਹਾਂ, ਆਪਾਂ ਆਪਣੀਆਂ ਲੋੜਾਂ ਨੂੰ ਸੌਖਿਆਂ ਪੂਰਾ ਕਰ ਸਕਦੇ ਹਾਂ। ਸਾਡੇ ਵੱਲੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦੋ ਆਜ਼ਾਦ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।